ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾ ਨਾਹੀ ਜਾਏ। ਇਛ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹਿਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨ ਲਾਏ। ਹਲਤ ਪਲਤ ਸਵਾਰਿਓ, ਨਿਹਚਲ ਦਿਤਯਨ ਜਾਏ। ਸੰਸਾਰ ਸਾਗਰ ਤੇ ਰਖਿਅਨ, ਬਹੁੜ ਨ ਜਨਮੈ ਤਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਪਤਿਤ ਪਾਵਨ ਸਤਿਗੁਰੂ ਦਸ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦੀਆਂ ਘੜੀਆਂ ਦਾ ਸੁੱਖ ਮਾਣ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜ਼ੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ 12ਵਾਂ ਮਾਝ ਦੀ ਮਹਾਰਾਜ ਸਮਾਪਤੀ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਇਹ 12ਵਾਂ ਫੱਗਣ ਦਾ ਮਹੀਨਾ ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਉਚਾਰਨ ਕਰ ਰਹੇ ਹੈ।
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਸ ਫੱਗਣ ਦੇ ਮਹੀਨੇ ਵਿੱਚ ਜਿਸ ਨੂੰ ਵਾਹਿਗੁਰੂ ਦੀ ਸਾਖਿਆਤਤਾ ਹੋ ਜਾਂਦੀ ਹੈ, ਉਸ ਨੂੰ ਕਿਹੋ ਜਿਹਾ ਆਨੰਦ ਹਿਰਦੇ ਦੇ ਅੰਦਰ ਪ੍ਰਗਟ ਹੁੰਦਾ ਹੈ। ਸਾਧ ਸੰਗਤ ਜੀ, ਕਮਾਈ ਨੂੰ ਫਲ ਲੱਗਣ ਦਾ ਸਤਿਗੁਰਾਂ ਜੀ ਨੇ ਜ਼ਿਕਰ ਕੀਤਾ ਹੈ, ਕਿਉਂਕਿ ਇਸ ਰਸਤੇ ਤੇ ਤੁਰਦਿਆਂ ਤੁਰਦਿਆਂ ਜਗਿਆਸੂ ਮਨ ਦੇ ਅੰਦਰ ਕਦੇ ਬੈਰਾਗ ਕਰਦਾ ਹੈ, ਕਦੇ ਉਤਸ਼ਾਹ ਮਿਲਣ ਦਾ ਪੈਦਾ ਹੁੰਦਾ ਹੈ, ਕਦੇ ਫਿਰ ਸੰਸਾਰ ਦਾ ਭਾਵ ਆ ਕਰਕੇ ਚਿੰਬੜਨ ਪੈਂਦਾ ਹੈ। ਮਾਇਆ ਆਪਦੇ ਛਲ ਦਿਖਾਉਂਦੀ ਹੈ, ਬਕਾਰ ਆਪਣੀ ਸ਼ਕਤੀ ਪ੍ਰਗਟ ਕਰਦੇ ਹੈ। ਪ੍ਰਣਾਮ ਦੇ ਨਿਸ਼ਚੇ ਸਹਿਤ ਜਗਿਆਸੂ ਜਦੋਂ ਲੱਗੇ ਰਹਿੰਦੇ ਹੈ, ਮਹਾਰਾਜ ਜਦੋਂ ਆਪਦੀ ਸ਼ਰਨ 'ਚ ਹੀ ਆ ਗਏ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮਹਾਰਾਜ ਜਦੋਂ ਤੇਰੀ ਸ਼ਰਨ ਹੀ ਪੈ ਗਏ ਤੇ ਫਿਰ ਭਾਵੇਂ ਮਹਾਰਾਜ ਮਾਰ ਦੇ ਤੇ ਭਾਵੇਂ ਰੱਖਿਆ ਕਰ ਲੈ। ਸਤਿਗੁਰਾਂ ਜੀ ਨੇ ਕਿਹਾ ਹੈ ਕਿ ਮੇਰੇ ਵਾਹਿਗੁਰੂ ਦਾ ਬਿਰਦ ਹੈ, ਜਿਹੜਾ ਸ਼ਰਨ ਪੈ ਜਾਂਦਾ ਏ ਸੱਚੇ ਪਾਤਸ਼ਾਹ ਜੀ ਉਹਦੀ ਰੱਖਿਆ ਕਰ ਲੈਂਦੇ ਹੈ। ਜਦੋਂ ਭਰੋਸੇ ਦੇ ਸਹਿਤ ਵਾਹਿਗੁਰੂ ਦੀ ਸ਼ਰਨ ਪੈ ਜਾਈਏ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਜਿਹੜੇ ਅਕਾਲ ਪੁਰਖ ਦੀ ਸ਼ਰਨ ਪੈ ਜਾਂਦੇ ਆ ਨਾ, ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਕਾਲ ਤੋਂ ਵੀ ਕਿਰਪਾ ਕਰਕੇ ਬਚਾ ਲੈਂਦਾ ਹੈ। ਇਸੇ ਕਰਕੇ ਮਹਾਰਾਜ ਜੀ ਨੇ ਇਹ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦਿਆਂ ਹੋਇਆਂ ਸ਼ਬਦ ਕਹੇ ਆ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦਾ ਲਿਹੋ ਉਬਾਰੀ। ਮਹਾਰਾਜ ਆਪ ਹੱਥ ਦੇ ਕਰਕੇ ਰੱਖਿਆ ਕਰ ਲਓ। ਮਹਾਰਾਜ ਆਪ ਦੀ ਸ਼ਰਨ ਪੈ ਗਏ। ਜਗਿਆਸੂ ਜਦੋਂ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੀ ਸ਼ਰਨ ਪੈ ਜਾਂਦਾ ਹੈ ਤੇ ਸਾਧ ਸੰਗਤ ਜੀ, ਮਹਾਰਾਜ ਫਿਰ ਕਦੇ ਸ਼ਰਨ ਪਏ ਨੂੰ, ਜਿਵੇਂ ਮਹਾਰਾਜ ਜੀ ਦਾ ਉਪਦੇਸ਼ ਆਇਆ ਸੀ ਕਿ ਸ਼ਰਮ ਪਈ ਨਾਰਾਇਣ ਹੈ, ਕਿਸ ਤਰ੍ਹਾਂ ਸ਼ਰਮ ਪੈ ਗਈ, ਨਾਨਕ ਦਰ ਪਈ ਆਹੋ। ਦਰ ਤੇ ਪਏ ਹੋਏ ਨੂੰ ਵੇਖ ਕਰਕੇ ਮਹਾਰਾਜ ਨੂੰ ਲੱਜਾ ਆ ਗਈ ਕਿ ਇਹ ਤਾਂ ਸਾਡੇ ਹੀ ਪ੍ਰਾਇਣ ਹੋ ਗਿਆ, ਇਹ ਤਾਂ ਹੋਰ ਕੋਈ ਥਾਂ ਨਹੀਂ ਇਹਦੇ ਮਨ ਵਿੱਚ ਰਹੀ, ਹੁਣ ਹੋਰ ਆਸਰੇ ਮੁੱਕ ਗਏ ਇਹਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਉਸ ਨੂੰ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਮਹਾਰਾਜ ਜੀ ਲਾ ਲੈਂਦੇ ਹੈ। ਹਜੂਰ ਫੱਗਣ ਦੇ ਮਹੀਨੇ ਦਾ ਸਤਿਗੁਰੂ ਜੀ ਪਵਿੱਤਰ ਫਲਾਦੇਸ਼ ਬਖਸ਼ਿਸ਼ ਕਰਦੇ ਹੈ। ਗਰੀਬ ਨਵਾਜ ਆਪਣੀ ਰਸਨਾ ਤੋਂ ਫਰਮਾਉਂਦੇ ਹਨ, ਫਲ ਗੁਣ ਆਨੰਦ ਉਪਾਰਜਨਾ। ਸਾਧ ਸੰਗਤ ਜੀ, ਇਸ ਫੱਗਣ ਦੇ ਮਹੀਨੇ ਨੂੰ ਸਤਿਗੁਰਾਂ ਜੀ ਨੇ ਫਲਗੁਣ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਭਾਈ ਇਸ ਫਲਗੁਣ ਦੇ ਮਹੀਨੇ ਵਿੱਚ, ਫੱਗਣ ਦੇ ਮਹੀਨੇ ਵਿੱਚ ਜਗਿਆਸੂ ਦੇ ਅੰਦਰ ਨਾ ਮਹਾਰਾਜ ਕਹਿੰਦੇ ਆਨੰਦ ਦਾ ਉਪਾਰਜਨਾ ਉਤਪੰਨ ਹੋਣਾ ਜਿਹੜਾ ਨਾ, ਉਹ ਸਾਧ ਸੰਗਤ ਜੀ ਸੁਭਾਵਿਕ ਕੀ ਭਾਗ ਲੱਗ ਜਾਂਦੇ ਆ। ਕਮਾਈ ਕਰਦਿਆਂ ਕਰਦਿਆਂ ਇੱਕ ਤਾਂ ਇਹ ਅਖੀਰਲਾ ਮਹੀਨਾ ਵਾ ਸਾਲ ਦਾ। ਮਹਾਰਾਜ ਕਹਿੰਦੇ ਭਾਈ ਜਦੋਂ ਜ਼ਿੰਦਗੀ ਦੇ ਦੌਰਾਨ ਕੋਈ ਗਿਆਨ ਅਵਸਥਾ ਨਹੀਂ ਪ੍ਰਾਪਤ ਹੁੰਦੀ ਤੇ ਕਈ ਡੋਲਦੇ ਹੈ ਕਿ ਮੈਨੂੰ ਪ੍ਰਾਪਤੀ ਨਹੀਂ ਹੁੰਦੀ। ਸਾਧ ਸੰਗਤ ਜੀ, ਕਈ ਇਹੋ ਜਿਹੇ ਗੁਰਮੁਖ ਜਿਨ੍ਹਾਂ ਨੂੰ ਕਮਾਈ ਕਰਦਿਆਂ ਕਰਦਿਆਂ ਸਰੀਰ ਦੇ ਤਿਆਗਣ ਲੱਗਿਆਂ ਹੀ ਜਿਹੜਾ ਹੈ ਉਹ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਹ ਤਾਂ ਮਹਾਰਾਜ ਦੀ ਮੌਜ ਹੈ ਨਾ, ਕਦੋਂ ਪ੍ਰਾਪਤ ਹੋਣਾ ਹੈ ਇਹ ਆਪਣੇ ਵੱਸ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫੱਗਣ ਦੇ ਮਹੀਨੇ ਦਾ ਹਜੂਰ ਉਪਦੇਸ਼ ਫਰਮਾਉਂਦੇ ਹੈ ਕਿ ਜਿਹੜੇ ਜਗਿਆਸੂ ਹੈ ਉਹਨਾਂ ਨੂੰ ਭਾਈ
ਆਨੰਦ ਦਾ ਉਪਾਰਜਨਾ ਉਤਪੰਨ ਹੋਣਾ ਜਿਹੜਾ ਹੈ ਉਹ ਕਿਉਂ ਸੁਭਾਵਿਕ ਹੋ ਜਾਂਦਾ, ਕਿਉਂ ਆਨੰਦ ਪ੍ਰਗਟ ਹੋ ਜਾਂਦਾ। ਬ੍ਰਹਮਾ ਆਨੰਦ, ਇਹ ਆਤਮਿਕ ਆਨੰਦ ਕਿਉਂ ਅੰਦਰ ਪ੍ਰਗਟ ਹੋ ਜਾਂਦਾ। ਹਜੂਰ ਦੱਸਦੇ ਹਨ, ਹਰ ਸੱਜਣ ਪ੍ਰਗਟੇ ਆਏ। ਜਿਹੜਾ ਹਰੀ ਜਿਹਦੇ ਨਾਲ ਸੱਜਣਤਾਈ ਕੀਤੀ, ਜਿਹਦੇ ਨਾਲ ਇੰਨੀ ਪ੍ਰੀਤ ਪਾਈ ਕਿ ਮਹਾਰਾਜ ਤੇਰੇ ਤੋਂ ਬਿਨਾਂ ਕੌਣ ਹੈ ਮੇਰਾ ਹੋਰ। ਜਦੋਂ ਉਹ ਸੱਜਣ ਸਾਧ ਸੰਗਤ ਜੀ ਅੰਦਰ ਆ ਕੇ ਫਿਰ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਤਾਂ ਸੁਣਿਆ ਹੀ ਸੀ ਨਾ, ਫਿਰ ਮਨ ਨੇ ਸੁਣ ਕੇ ਮੰਨਿਆ ਹੀ ਸੀਗਾ। ਜਦੋਂ ਕਮਾਈ ਕਰਦਿਆਂ ਵਾਹਿਗੁਰੂ ਦੀ ਅੰਦਰ ਸਾਖਿਆਤ ਹੋਏ, ਜਦੋਂ ਉਸ ਸਰੂਪ ਦਾ ਅਨੁਭਵ ਹੋਇਆ, ਫਿਰ ਮਨ ਦੇ ਅੰਦਰ ਮਹਾਰਾਜ ਕਹਿੰਦੇ ਨੇ ਆਨੰਦ ਉਪਾਰਜਨਾ, ਆਨੰਦ ਦਾ ਭਾਈ ਉਤਪੰਨ ਹੋਣਾ ਸੁਭਾਵਿਕ ਸੀ। ਕਾ ਵਾਹਿਗੁਰੂ ਦੇ ਆਉਂਦਿਆਂ ਹੀ ਅੰਦਰ ਸਾਖਿਆਤ ਹੁੰਦਿਆਂ ਹੀ ਆਨੰਦ ਜਿਹੜਾ ਸੀ ਨਾ, ਬ੍ਰਹਮਾ ਆਨੰਦ, ਉਹ ਪ੍ਰਗਟ ਹੋ ਗਿਆ ਅੰਦਰ। ਰੋਮ ਰੋਮ ਜਿਹੜਾ ਸੀ ਖਿੜ ਗਿਆ। ਐਸੀ ਖੁਸ਼ੀ ਅੰਦਰ ਪ੍ਰਗਟ ਹੋਈ। ਸਾਧ ਸੰਗਤ ਜੀ, ਸਾਰੀ ਧਰਤੀ ਦਾ ਰਾਜ ਪਾ ਕੇ ਉਹ ਖੁਸ਼ੀ ਨਹੀਂ ਹੁੰਦੀ ਜਿਹੜੀ ਖੁਸ਼ੀ ਵਾਹਿਗੁਰੂ ਦੀ ਪ੍ਰਾਪਤੀ ਨਾਲ ਹੋ ਜਾਂਦੀ ਹੈ। ਵਾਹਿਗੁਰੂ ਦੀ ਸਾਖਿਆਤ ਨਾਲ ਜੋ ਖੁਸ਼ੀ ਹੁੰਦੀ ਹੈ, ਸੱਚੇ ਪਾਤਸ਼ਾਹ ਕਹਿੰਦੇ ਜਦੋਂ ਲੋਕ ਪਰਲੋਕ ਦਾ ਸੱਜਣ ਮਿੱਤਰ ਵਾਹਿਗੁਰੂ ਉਹ ਅੰਦਰ ਆ ਕੇ ਪ੍ਰਗਟ ਹੋ ਗਿਆ, ਪ੍ਰਤੱਖ ਹੋ ਗਿਆ ਕਿ ਵੇਖ ਤੂੰ ਸਾਡੀ ਬਾਬਤ ਸੁਣਿਆ ਹੀ ਸੀਗਾ, ਫਿਰ ਤੂੰ ਬੜਾ ਭਰੋਸਾ ਰੱਖਿਆ ਤੇ ਹੁਣ ਸਾਡਾ ਪ੍ਰਤੱਖ ਦੀਦਾਰ ਵੇਖ ਲੈ। ਅੰਦਰਲੇ ਚਕਸ਼ੂਆਂ ਨਾਲ ਰੱਬ ਦੇ ਪਿਆਰੇ ਫਿਰ ਮਹਾਰਾਜ ਜੀ ਦਾ ਦਰਸ਼ਨ ਵੇਖ ਕੇ ਨਿਹਾਲ ਹੁੰਦੇ ਹੈ। ਸਾਰੀ ਇਹ ਅਸਚਰਜ ਖੇਡ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਵਿਸਮਾਦ ਹੋ ਜਾਂਦਾ ਹੈ। ਉਸ ਆਨੰਦ ਨੂੰ, ਉਸ ਅਸਚਰਜਤਾਈ ਨੂੰ, ਉਸ ਵਿਸਮਾਦ ਨੂੰ ਸਾਧ ਸੰਗਤ ਜੀ ਭਗਤ ਵੀ ਸ਼ਬਦਾਂ ਨਾਲ ਬਿਆਨ ਨਹੀਂ ਕਰ ਪਾਉਂਦੇ। ਮਹਾਰਾਜ ਕਹਿੰਦੇ ਭਾਈ ਇੰਨਾ ਹੀ ਦੱਸ ਸਕਦੇ ਹੈ ਕਿ ਇਹ ਰਸਮਈ ਹੈ, ਆਨੰਦਮਈ ਹੈ, ਸੁਖਮਈ ਹੈ। ਇਹਦੀ ਬਾਬਤ ਹੋਰ ਕੀ ਬਿਆਨ ਕਰਕੇ ਦੱਸਣ। ਇਹ ਸਾਰੀ ਖੇਡ ਹੀ ਅਸਚਰਜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹੋ ਜਿਹਾ ਭੇਦ ਵਾਹਿਗੁਰੂ ਆਪਣੇ ਪਿਆਰਿਆਂ ਦੇ ਅੱਗੇ ਖੋਲ ਦਿੰਦਾ ਹੈ। ਸਾਰਾ ਕੁਝ ਹੀ ਉਹਨਾਂ ਨੂੰ ਪ੍ਰਤੱਖ ਕਰ ਦਿੰਦਾ ਹੈ ਤੇ ਅੰਦਰ ਉਹਨਾਂ ਦੇ ਮਹਾਰਾਜ ਕਹਿੰਦੇ ਆਨੰਦ ਪ੍ਰਗਟ ਹੋ ਆਉਂਦਾ ਹੈ, ਸੁਖ ਪ੍ਰਗਟ ਹੋ ਆਉਂਦਾ ਹੈ। ਇਸੇ ਪ੍ਰਕਾਰ ਹੀ ਫਲ ਗੁਣ ਆਨੰਦ ਉਪਾਰਜਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਐ, ਸਾਧ ਸੰਗਤ ਜੀ ਫਲ ਗੁਣ, ਜਦੋਂ ਫਲ ਦੀ ਪ੍ਰਾਪਤੀ ਹੁੰਦੀ ਹੈ ਕਿਵੇਂ ਹੁੰਦੀ ਹੈ? ਗੁਣਾਂ ਦੀ ਕਮਾਈ ਕਰਕੇ ਫਲ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੀਵਨ ਦੇ ਅੰਦਰ ਫਲ ਲੱਗਣ ਦਾ ਸਮਾਂ ਕੀ ਹੈ? ਕਿਉਂਕਿ ਕਮਾਈ ਕਰਦਿਆਂ ਤਾਂ ਸਾਧਕ ਜਿਹੜਾ ਉਹ ਬੀਜ ਹੀ ਬੀਜਦਾ ਨਾ। ਜਦੋਂ ਆਪਾਂ ਕਰਮ ਕਰਦੇ ਹਾਂ ਸਤ ਸੰਗਤ ਦਾ, ਅੰਮ੍ਰਿਤ ਵੇਲੇ ਦੇ ਉੱਠਣ ਦਾ, ਨਾਮ ਦੇ ਜਪਣ ਦਾ, ਇਹ ਸਾਧ ਸੰਗਤ ਜੀ ਸਾਧਕ ਪੁਰਖ ਜਿਹੜਾ ਉਹ ਬੀਜ ਨੂੰ ਬੀਜਦਾ ਹੈ, ਸ਼ੁਭ ਗੁਣ ਧਾਰਨ ਕਰਦਾ ਹੈ। ਜਦੋਂ ਸ਼ੁਭ ਗੁਣਾਂ ਦੀ ਕਮਾਈ ਸਿਖਰਾਂ ਤੇ ਪਹੁੰਚਦੀ ਹੈ, ਉਹ ਫਿਰ ਸ਼ੁਭ ਗੁਣਾਂ ਦੀ ਕਮਾਈ ਨੂੰ ਬ੍ਰਹਮ ਗਿਆਨ ਰੂਪੀ ਸਾਧ ਸੰਗਤ ਜੀ ਫਲ ਜਿਹੜਾ ਨਾ ਉਹ ਪ੍ਰਾਪਤ ਹੁੰਦਾ ਹੈ। ਇਹ ਸਤਿਗੁਰੂ ਜੀ ਕਹਿੰਦੇ ਫੱਗਣ ਦਾ ਮਹੀਨਾ ਇਹ ਫਲਗੁਣ ਦਾ ਮਹੀਨਾ ਹੈ। ਗੁਰਸਿੱਖੋ, ਧਾਰਨ ਕੀਤੇ ਹੋਏ ਗੁਣਾਂ ਨੂੰ, ਕਮਾਏ ਹੋਏ ਗੁਣਾਂ ਨੂੰ ਮਹਾਰਾਜ ਕਹਿੰਦੇ ਫਲ ਲੱਗਣ ਦਾ ਸਮਾਂ ਆ ਜਾਂਦਾ ਹੈ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਦੇ ਬਚਨ ਨੇ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕਉ, ਜੋ ਬੀਚ ਨਾ ਖਾਹੀ ਕਾਂਬ। ਕਬੀਰ ਸਾਹਿਬ ਤੁਰੇ ਜਾ ਰਹੇ ਸੀ। ਹੁਣ ਭਗਤਾਂ ਦਾ ਆਪਣਾ ਸੁਭਾਅ ਹੁੰਦਾ ਹੈ। ਸੰਸਾਰੀ ਲੋਕ ਕਿਸੇ ਚੀਜ਼ ਵੱਲ ਵੇਖਣ ਤੇ ਉਹਨਾਂ ਨੂੰ ਆਪਣੇ ਨਜ਼ਰੀਏ ਨਾਲ ਉਹ ਦਿਸਦੀ ਹੈ। ਜਦੋਂ ਭਗਤ ਵੇਖਦੇ ਸੁਤੇ ਹੀ ਉਹਨਾਂ ਨੂੰ ਉਹਨਾਂ ਚੀਜ਼ਾਂ ਵਿੱਚੋਂ ਵੀ ਸਾਧ ਸੰਗਤ ਜੀ ਉਪਦੇਸ਼ ਮਿਲ ਪੈਂਦਾ ਹੈ, ਜਿਹੜੀਆਂ ਕੇਵਲ ਖਾਣ ਪੀਣ ਦੀਆਂ ਚੀਜ਼ਾਂ ਸੰਸਾਰੀਆਂ ਨੇ ਸਮਝੀਆਂ ਹੋਈਆਂ। ਭਗਤ ਕਬੀਰ ਸਾਹਿਬ ਜੀ ਤੁਰੇ ਜਾ ਰਹੇ ਸੀ। ਬਾਗ ਦਾ ਮਾਲੀ ਜਿਹੜਾ ਸੀ ਉਹ
ਫਲ ਤੋੜ ਰਿਹਾ ਸੀਗਾ। ਕਬੀਰ ਸਾਹਿਬ ਜੀ ਬਾਗ ਦੇ ਅੰਦਰ ਚਲੇ ਗਏ। ਉਹਨੇ ਕਬੀਰ ਸਾਹਿਬ ਨੂੰ ਪਹਿਚਾਨ ਕੇ ਬੜਾ ਸਤਿਕਾਰ ਕੀਤਾ, ਬੈਠਣ ਨੂੰ ਚੰਗੀ ਜਗ੍ਹਾ ਦਿੱਤੀ। ਕਿਹਾ ਮਹਾਰਾਜ ਹੁਕਮ ਕਰੋ ਤੇ ਮੈਂ ਫਲ ਭੇਟ ਕਰਾਂ। ਕਬੀਰ ਸਾਹਿਬ ਜੀ ਕਹਿੰਦੇ ਨਾ ਭਾਈ ਅਸੀਂ ਫਲ ਨਹੀਂ ਛਕਣਾ। ਤੇ ਤੂੰ ਇਹ ਕੀ ਕਰ ਰਿਹਾ ਏ? ਮਾਲੀ ਕਹਿੰਦਾ ਮਹਾਰਾਜ ਮੈਂ ਤਾਂ ਇੱਥੇ ਨੌਕਰੀ ਕਰਦਾ ਹਾਂ ਮਾਲੀ ਦੀ, ਤੇ ਜਿਹੜਾ ਹੈ ਮਾਲਕ ਬਾਗ ਦਾ ਉਹ ਹੋਰ ਹੈ। ਮਹਾਰਾਜ ਜਦੋਂ ਹੁਣ ਫਲ ਪੱਕ ਗਏ ਹੈ ਤੇ ਮੈਂ ਡਾਲੀ ਬਣਾ ਬਣਾ ਕੇ ਨਾ ਡਾਲੀਆਂ ਇਹ ਮਾਲਕ ਦੇ ਘਰ ਪਹੁੰਚਾਉਣੀਆਂ ਸਾਰੀਆਂ। ਕਬੀਰ ਸਾਹਿਬ ਕਹਿੰਦੇ ਆ ਟੋਆ ਜਿਹੜਾ ਪੁੱਟਿਆ ਇਹਦੇ ਵਿੱਚ ਤੂੰ ਪਾਈ ਜਾਂਦਾ। ਕਹਿੰਦਾ ਕਬੀਰ ਜੀ ਜਿਹੜੇ ਅੰਬਾਂ ਨੂੰ ਜਾਨਵਰਾਂ ਨੇ ਟੁੱਕ ਲਿਆ ਹੈ ਜਾਂ ਜਿਹੜੇ ਰਸਮਈ ਹੈ ਨਹੀਂ ਗੇ, ਜਿਹੜੇ ਖਰਾਬ ਹੋ ਗਏ ਹੈ, ਕਾਣੂ ਪੈ ਗਈ ਹੈ, ਉਹ ਫਿਰ ਮੈਂ ਡਾਲੀ ਵਿੱਚ ਨਹੀਂ ਨਾ ਪਾ ਰਿਹਾ, ਉਹ ਇਸ ਟੋਏ ਵਿੱਚ ਸਿੱਟ ਰਿਹਾ ਹਾਂ। ਫਿਰ ਇਹਨੂੰ ਪੂਰ ਦਿਆਂਗੇ, ਇੱਥੇ ਹੀ ਉਹ ਗਲ ਸੜ ਜਾਣ ਕੇ ਫਿਰ ਧਰਤੀ ਵਿੱਚ ਉਹਨਾਂ ਦੀ ਸਾਧ ਸੰਗਤ ਜੀ ਉਹ ਖੁਰਾਕ ਵੀ ਬਣਾ ਲੈਂਦੇ ਆ, ਖਾਦ ਆਦਿਕ ਵੀ ਬਣਾ ਲੈਂਦੇ ਇਸ ਤਰ੍ਹਾਂ। ਤੇ ਇਹ ਜਦੋਂ ਕਬੀਰ ਸਾਹਿਬ ਜੀ ਨੇ ਵੇਖਿਆ ਤੇ ਉਦੋਂ ਇਹ ਸ਼ਲੋਕ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ। ਤੇ ਉਹ ਕਬੀਰ ਸਾਹਿਬ ਨੇ ਅੰਤਰੀਵ ਇਸ ਤੋਂ ਸਾਧ ਸੰਗਤ ਜੀ ਸਿੱਖਿਆ ਗ੍ਰਹਿਣ ਕੀਤੀ ਤੇ ਜੀਆਂ ਨੂੰ ਦਿੱਤੀ। ਕਹਿੰਦੇ ਨੇ ਕਬੀਰ ਫਲ ਲਾਗੇ ਫਲਨ। ਕਹਿੰਦੇ ਭਾਈ ਫਲਾਂ ਦੇ ਫਲਣ ਦਾ ਸਮਾਂ ਆ ਗਿਆ। ਕੀੜੀਆਂ ਪਰਾਂ ਜਦੋਂ ਫਲ ਦੇ ਫਲਣ ਦਾ ਸਮਾਂ ਆ ਗਿਆ, ਪਾਕਣ ਲੱਗੇ ਅੰਬ ਜਦੋਂ ਪੱਕਣ ਲੱਗ ਪਏ, ਅੰਬਾਂ ਦਾ ਬਾਗ ਸੀਗਾ। ਕਬੀਰ ਸਾਹਿਬ ਕਹਿੰਦੇ ਨੇ ਜਾਏ ਪਹੂਚੇ ਖਸਮ ਕੋ। ਖਸਮ ਨੂੰ ਮਾਲਕ ਨੂੰ ਤਾਂ ਉਹੋ ਹੀ ਫਲ ਪਹੁੰਚੇ ਨਾ ਜੋ ਬੀਚ ਨਾ ਖਾਹੀ ਕਾਂਬ, ਜਿਨ੍ਹਾਂ ਨੂੰ ਜਾਨਵਰਾਂ ਨੇ ਨਾ ਟੁੱਕਿਆ ਹੋਵੇ, ਜਿਨ੍ਹਾਂ ਨੂੰ ਵਿੱਚ ਸਾਧ ਸੰਗਤ ਜੀ ਕਾਣੋ ਨਾ ਪਈ ਹੋਵੇ। ਕਈ ਵਾਰੀ ਕੀੜਾ ਪਿਆ ਹੁੰਦਾ ਵਿੱਚ ਹੀ ਤੇ ਉਹ ਕੀੜਾ ਫਲ ਨੂੰ ਸਾਰੇ ਨੂੰ ਖਰਾਬ ਕਰ ਦਿੰਦਾ, ਖਾ ਜਾਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਨਾ ਜਿੰਨਾ ਵੇਖੋ ਬ੍ਰਿਕਸ਼ ਨੂੰ ਬੂਰ ਪੈਂਦਾ ਨਾ, ਕਿਉਂਕਿ ਫਲ ਤੋਂ ਪਹਿਲਾਂ ਬੂਰ ਪੈਂਦਾ ਹੈ, ਜਿੰਨਾ ਬੂਰ ਪੈਂਦਾ ਨਾ ਓਨਾ ਫਲ ਨਹੀਂ ਲੱਗਦਾ। ਤੇ ਜਿੰਨਾ ਫਲ ਲੱਗਦਾ ਸਾਧ ਸੰਗਤ ਜੀ ਉਹ ਸਾਰੇ ਰਸ ਵਾਲੇ ਨਹੀਂ ਹੁੰਦੇ। ਤੇ ਫਿਰ ਜਿੰਨਾ ਫਲ ਉਹ ਰਸ ਵਾਲਾ ਹੁੰਦਾ, ਇਹ ਵੀ ਨਹੀਂ ਕਿ ਉਹ ਸਾਰੇ ਹੀ ਜਿਹੜੇ ਹੈ ਉਹ ਸੰਪੂਰਨ ਤੱਕ ਪਹੁੰਚਦੇ ਆ, ਭਾਵ ਤੋੜਨ ਤੱਕ ਜੁੜੇ ਰਹਿੰਦੇ ਆ। ਨਹੀਂ, ਹਨੇਰੀ ਆਉਂਦੀ ਹੈ ਤੇ ਹਨੇਰੀ ਦੇ ਵਗਣ ਨਾਲ ਬਹੁਤ ਜ਼ਿਆਦਾ ਸਾਧ ਸੰਗਤ ਜੀ ਰਸ ਪੈਣ ਤੱਕ ਪਹੁੰਚੇ ਹੁੰਦੇ ਆ ਤੇ ਟੁੱਟ ਕੇ ਡਿੱਗ ਜਾਂਦੇ ਆ। ਫਿਰ ਕਈਆਂ ਨੂੰ ਜਾਨਵਰ ਪੰਛੀ ਜਿਹੜੇ ਉਹ ਟੁੱਕ ਦਿੰਦੇ ਆ, ਕਈਆਂ ਨੂੰ ਕੀੜਾ ਖਾ ਜਾਂਦਾ ਹੈ, ਕਈ ਵੈਸੇ ਹੀ ਕੁੜੱਤਣ ਭਰ ਜਾਂਦੀ ਹੈ, ਖੱਟੇ ਹੋ ਜਾਂਦੇ ਆ। ਜਿਹੜਾ ਐਨ ਰਸਿਆ ਫਲ ਡਾਲੀ ਨਾਲ ਲੱਗਾ ਹੋਇਆ ਤੇ ਜਦੋਂ ਪੂਰਾ ਰੰਗ ਦੇ ਸਹਿਤ ਉਹ ਬਹੁਤ ਆਭਾ ਵੀ ਹੁੰਦੀ ਹੈ, ਉਹਦੀ ਬਾਹਰੋਂ ਵੇਖਣ ਨੂੰ ਵੀ ਪ੍ਰਤੀਤ ਹੁੰਦਾ ਤੇ ਸਾਧ ਸੰਗਤ ਜੀ ਰਸ ਨਾਲ ਵੀ ਰਸਿਆ ਹੁੰਦਾ। ਫਿਰ ਉਸ ਨੂੰ ਮਾਲੀ ਤੋੜ ਕੇ ਨਾ ਤੇ ਮਾਲਕ ਦੇ ਕੋਲ ਪਹੁੰਚਾ ਦਿੰਦਾ ਹੈ। ਇਹ ਸਾਧ ਸੰਗਤ ਜੀ ਸੰਸਾਰ ਇੱਕ ਬ੍ਰਿਕਸ਼ ਹੈ। ਇਹ ਮਨੁੱਖਾ ਸਰੀਰ ਰੂਪੀ ਸੰਸਾਰ ਰੂਪੀ ਬ੍ਰਿਕਸ਼ ਨੂੰ ਬੂਰ ਪਿਆ ਹੋਇਆ ਹੈ ਤੇ ਜਿੰਨਾ ਬੂਰ ਪੈਂਦਾ ਓਨਾ ਫਲ ਨਹੀਂ ਨਾ ਲੱਗਦਾ। ਇਹ ਜਿੰਨੇ ਜੀਵ ਸਰੀਰ ਸੰਸਾਰ ਵਿੱਚ ਧਾਰਦੇ ਹੈ ਉਹਨਾਂ ਸਾਧ ਸੰਗਤ ਜੀ ਸਤ ਸੰਗਤ ਵਿੱਚ ਆ ਕਰਕੇ ਨਾਮ ਬਾਣੀ ਨਾਲ ਨਹੀਂ ਜੁੜਦੇ। ਸਤ ਸੰਗਤ ਕਰਨੀ ਫਲ ਪੈਣਾ ਹੈ। ਕਿੰਨਾ ਸੰਸਾਰ ਵੈ ਤੇ ਕਿਤੇ ਸਾਰੇ ਸਤ ਸੰਗਤ ਕਰਦੇ ਐ, ਨਹੀਂ ਸਤ ਸੰਗਤ ਵਿੱਚ ਨਹੀਂ ਸਾਰੇ ਆਉਂਦੇ, ਕਿਉਂਕਿ ਇਹ ਸਰੀਰਾਂ ਰੂਪੀ ਬੂਰ ਤਾਂ ਲੱਗਾ ਹੈ ਸੰਸਾਰ ਰੂਪੀ ਬ੍ਰਿਕਸ਼ ਨੂੰ। ਸਾਧ ਸੰਗਤ ਜੀ ਸਤ ਸੰਗਤ ਦੇ ਫਲ ਤੋਂ ਬਿਨਾਂ ਏਦਾਂ ਹੀ ਸਾਰੇ ਝੜ ਜਾਂਦੇ ਐ। ਜਿਹੇ ਸੰਸਾਰ ਵਿੱਚ ਆਏ ਜਿਹੇ ਨਾ ਆਏ, ਕਿਉਂਕਿ ਬੂਰ ਪਿਆ ਹੋਇਆ ਹੀ ਝੜ ਗਿਆ। ਆਪਣੇ ਆਉਣ ਦਾ ਮਨੋਰਥ ਹੀ ਨਾ ਜਾਣਿਆ। ਸੰਸਾਰ ਵਿੱਚ ਕਿਸ ਕਾਰਜ ਵਾਸਤੇ ਆਏ ਆ ਇਹ ਸੋਝੀ ਨਾ ਕੀਤੀ। ਗਾਫਲਤਾਈ ਵਾਲਾ ਜੀਵਨ ਜੀਵਿਆ, ਪਸ਼ੂਆਂ ਵਰਗਾ ਜੀਵਨ ਮਨੁੱਖ ਹੁੰਦਿਆਂ ਹੋਇਆਂ ਜੀਵਿਆ। ਸਗੋਂ ਕਿ ਪਸ਼ੂ ਵੀ ਚੰਗੇ ਹੁੰਦੇ ਐ। ਜਿਹੜਾ ਮਨੁੱਖ ਨਾਮ ਨਹੀਂ ਜਪਦਾ
ਸਤ ਸੰਗਤ ਨਹੀਂ ਕਰਦਾ, ਉਹ ਤਾਂ ਸਾਧ ਸੰਗਤ ਜੀ ਪਸ਼ੂਆਂ ਤੋਂ ਵੀ ਭੈੜਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਉਹਨੇ ਜਿਹੜਾ ਹੈ ਸਤ ਸੰਗਤ ਰੂਪੀ ਫਲ ਨਹੀਂ ਪੈਂਦਾ। ਜੇ ਸਤ ਸੰਗਤ ਰੂਪੀ ਫਲ ਪੈ ਗਿਆ ਫਿਰ ਸਾਧ ਸੰਗਤ ਜੀ ਕੀ ਹੈ ਕਿ ਇੱਥੇ ਵਿਸ਼ਿਆਂ ਵਿਕਾਰਾਂ ਨੂੰ ਜੇ ਚੇਤੇ ਕਰੇ ਤੇ ਕ੍ਰੋਧ ਰੂਪੀ ਕੁੜੱਤਣ ਭਰ ਲਵੇ ਆਪਣੇ ਅੰਦਰ, ਕਿਉਂਕਿ ਕਈ ਸਤ ਸੰਗਤ ਵਿੱਚ ਵੀ ਈਰਖਾ ਨਹੀਂ ਛੱਡਦੇ, ਸਤ ਸੰਗਤ ਵਿੱਚ ਵੀ ਕ੍ਰੋਧ ਨਹੀਂ ਆਪਣੇ ਮਨ ਵਿੱਚੋਂ ਜਾਨ ਜਿਹੜਾ ਹੈ ਉਹਨੂੰ ਕੱਢਦੇ। ਉਹ ਵਿਕਾਰਾਂ ਦੇ ਸਹਿਤ ਜਦੋਂ ਹੋ ਜਾਂਦੇ ਆ ਕੀ ਹੈ ਕਿ ਸਾਧ ਸੰਗਤ ਜੀ ਉਹ ਸਤ ਸੰਗਤ ਰੂਪੀ ਫਲ ਤਾਂ ਪੈ ਗਿਆ ਪਰ ਅੰਦਰ ਜਿਹੜੀ ਹੈ ਨਾ ਉਹ ਕ੍ਰੋਧ ਰੂਪੀ ਕੁੜੱਤਣ ਭਰੀ ਰਹਿ ਗਈ, ਅੰਦਰ ਈਰਖਾ ਰੂਪੀ ਜਿਹੜੀ ਹੈ ਉਹ ਕੀੜਾ ਲੱਗਿਆ ਰਹਿ ਗਿਆ, ਜਿਸ ਕਰਕੇ ਫਿਰ ਨਾ ਪੂਰਾ ਪਹੁੰਚ ਸਕਿਆ। ਜੇ ਇਸ ਪ੍ਰਕਾਰ ਇਹ ਕੁੜੱਤਣ ਤੋਂ ਵੀ ਬਚ ਜਾਵੇ ਤੇ ਈਰਖਾ ਰੂਪੀ ਕੀੜੇ ਤੋਂ ਵੀ ਬਚ ਜਾਵੇ, ਫਿਰ ਸਾਧ ਸੰਗਤ ਜੀ ਜਿਹੜੀ ਵਾਸ਼ਨਾ ਦੀ ਹਨੇਰੀ ਹੈ ਨਾ ਇਹਦੇ ਤੋਂ ਬੜਾ ਬਚਣਾ ਔਖਾ ਹੈ। ਕਈ ਵੇਖਿਆ, ਭਾਈ ਵਾਹਿਗੁਰੂ ਹੌਲੀ ਤੁਸੀਂ ਆਪਣੇ ਮੁਖ 'ਚ ਹੀ ਕਰੋ, ਤੋ ਕਈ ਵਾਰੀ ਵੇਖਿਆ ਸਤ ਸੰਗਤ ਵਿੱਚ ਬਹੁਤ ਪਿਆਰ ਨਾਲ ਕਈ ਜੁੜਦੇ ਐ, ਫਿਰ ਸਾਧ ਸੰਗਤ ਜੀ ਜੀਵਨ ਦੇ ਅੰਦਰ ਇਹੋ ਜਿਹਾ ਉਤਰਾਅ ਆ ਜਾਂਦਾ ਹੈ ਕਿ ਸਤ ਸੰਗਤ ਉਹਨਾਂ ਕੋਲੋਂ ਛੋਟੀ ਜਾਂਦੀ ਹੈ, ਫਿਰ ਸੰਗਤ ਵਿੱਚ ਆਉਂਦੇ ਹੀ ਨਹੀਂ, ਇਹੋ ਜਿਹੇ ਵਿਹਾਰਾਂ ਵਿੱਚ ਖੱਚਤ ਹੁੰਦੇ ਐ ਤੇ ਗੱਲਾਂ ਕਰ ਛੱਡਦੇ ਆ ਕਿ ਕਦੇ ਬੜੀ ਕਿਰਪਾ ਸੀ, ਉਦੋਂ ਮੈਂ ਬੜੀ ਸਤ ਸੰਗਤ ਕਰਦਾ ਹੁੰਦਾ ਸੀ, ਹੁਣ ਨਹੀਂ ਬਸ ਹੁੰਦੀ, ਹੁਣ ਨਹੀਂ ਧਿਆਨ ਜੁੜਦਾ, ਕਿਉਂਕਿ ਉਹ ਵਾਸ਼ਨਾ ਦੀ ਹਨੇਰੀ ਨਾਲ ਸਾਧ ਸੰਗਤ ਜੀ ਫਲ ਜਿਹੜਾ ਕੱਚਾ ਹੀ ਟੁੱਟ ਗਿਆ, ਸਤ ਸੰਗਤ ਛੁੱਟ ਗਈ। ਇਸ ਤਰ੍ਹਾਂ ਫਿਰ ਪਕਸ਼ੀਆਂ ਦਾ ਖਾਣਾ ਕੀ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪਕਸ਼ੀ ਹੈ ਸਾਧ ਸੰਗਤ ਜੀ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵੀ ਪਕਸ਼ੀ ਹੈ, ਤੇ ਇਹ ਆਣ ਕਰਕੇ ਫਿਰ ਟੁੱਕਦੇ ਕੀ ਹੈ, ਜਿਹੜੇ ਇਹਨਾਂ ਦੇ ਫੁਰਨੇ ਅੰਦਰ ਆਉਂਦੇ, ਜਿਹੜਾ ਇਹਨਾਂ ਦੇ ਫੁਰਨੇ ਕਰਦਾ ਨਾ ਉਹ ਸਾਧ ਸੰਗਤ ਜੀ ਫਲ ਜਿਹੜਾ ਹੈ ਟੁੱਕਿਆ ਜਾਂਦਾ ਹੈ, ਤੇ ਜਿਹੜਾ ਇਹਨਾਂ ਦੇ ਫੁਰਨਿਆਂ ਤੋਂ ਵੀ ਬਚਦਾ ਹੈ ਫਿਰ ਸਾਧ ਸੰਗਤ ਜੀ ਨਿਸ਼ਚੇ ਸਹਿਤ ਡਾਲੀ ਨਾਲ ਲੱਗਣਾ ਕੀ ਹੈ, ਪਰਮੇਸ਼ਰ ਦੇ ਧਿਆਨ ਨੂੰ ਆਪਣੇ ਅੰਦਰੋਂ ਨਹੀਂ ਹਟਾਉਂਦਾ, ਟੇਕ ਆਪਣੀ ਵਾਹਿਗੁਰੂ ਤੇ ਰੱਖਦਾ ਹੈ, ਇਹ ਡਾਲੀ ਨਾਲ ਲੱਗੇ ਰਹਿਣਾ ਹੈ। ਜਦੋਂ ਡਾਲੀ ਨਾਲ ਫਲ ਲੱਗਿਆ ਰਹਿੰਦਾ ਹੈ ਉਹਨੂੰ ਫਿਰ ਖੁਰਾਕ ਪੂਰੀ ਪਹੁੰਚਦੀ ਰਹਿੰਦੀ ਹੈ, ਡਾਲੀ ਨਾਲੋਂ ਟੁੱਟਿਆ ਨਹੀਂ ਤੇ ਗਿਆ ਨਹੀਂ। ਜਿਹੜਾ ਪਰਮੇਸ਼ਰ ਦਾ ਆਸਰਾ ਛੱਡ ਦੇਣਾ ਨਾ ਇਹ ਡਾਲੀ ਨਾਲੋਂ ਟੁੱਟ ਜਾਣਾ ਸਾਧ ਸੰਗਤ ਜੀ। ਭਾਵੇਂ ਸਤ ਸੰਗਤ ਵਿੱਚ ਹੀ ਰਹਿੰਦੇ ਹੋਈਏ, ਜੇ ਪਰਮੇਸ਼ਰ ਦੀ ਓਟ ਹੀ ਛੱਡ ਦਿੱਤੀ ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਉਹ ਫਲ ਬਾਗ 'ਚ ਪਏ ਹੋਏ ਭਾਵੇਂ ਰੁੱਖਾਂ ਦੇ ਨੇੜੇ ਹੀ ਥੱਲੇ ਡਿੱਗ ਪੈਂਦੇ ਆ, ਗਲ ਜਾਂਦੇ ਆ, ਸੜ ਜਾਂਦੇ ਆ, ਉਹਨਾਂ ਨੂੰ ਕੋਈ ਰਸ ਨਹੀਂ ਪਹੁੰਚਦਾ, ਭਾਵੇਂ ਕਿ ਰੁੱਖ ਦੇ ਨੇੜੇ ਹੀ ਹੁੰਦੇ ਆ। ਇਸ ਤਰ੍ਹਾਂ ਸਤ ਸੰਗਤ ਵਿੱਚ ਜਿਹੜੇ ਵਾਹਿਗੁਰੂ ਦੀ ਟੇਕ ਨਹੀਂ ਰੱਖਦੇ, ਰਹਿੰਦੇ ਭਾਵੇਂ ਸਤ ਸੰਗਤ 'ਚ ਹੀ ਹੈ, ਉਹ ਗੁਰੂ ਮਹਾਰਾਜ ਜੀ ਦੀ ਗੋਲਖ ਦੀ ਮਾਇਆ ਖਾਣ ਰੂਪ ਹਿਰਦੇ ਸੜ ਜਾਂਦੇ ਆ, ਈਰਖਾ ਕ੍ਰੋਧ ਵਿੱਚ ਸੜ ਜਾਂਦੇ ਆ, ਸਾਧ ਸੰਗਤ ਜੀ ਬਦ ਫੈਲੀਆਂ ਤੇ ਕੁਕਰਮਾਂ ਵਿੱਚ ਸੜ ਜਾਂਦੇ ਆ। ਉਹ ਰਹਿੰਦੇ ਤਾਂ ਵੇਖਣ ਨੂੰ ਭਾਵੇਂ ਸਤ ਸੰਗਤ ਦੇ ਕੋਲ ਹੀ ਹੈ, ਰਹਿੰਦੇ ਤਾਂ ਇੱਥੇ ਹੀ ਹੈ, ਪਰ ਉਹਨਾਂ ਨੂੰ ਸਾਧ ਸੰਗਤ ਜੀ ਕੀ ਹੈ ਕਿ ਡਾਲੀ ਨਾਲੋਂ ਟੁੱਟ ਗਏ, ਪਰਮੇਸ਼ਰ ਦੀ ਓਟ ਅੰਦਰੋਂ ਛੱਡ ਦਿੱਤੀ, ਆਪਣੇ ਯਤਨ ਕਰਦੇ ਹੈ ਤੇ ਹਾਏ ਹਾਏ ਕਰਦਿਆਂ ਫਿਰ ਸਾਧ ਸੰਗਤ ਜੀ ਜੀਵਨ ਝੋਰਿਆਂ 'ਚ ਦੁੱਖਾਂ ਤਕਲੀਫਾਂ 'ਚ ਹੀ ਲੰਘਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਭਾਈ ਡਾਲੀ ਨਾਲ ਲੱਗਾ ਰਹਿੰਦਾ ਨਾ, ਓਟ ਪਰਮੇਸ਼ਰ ਦੀ ਨਹੀਂ ਅੰਦਰੋਂ ਛੱਡਦਾ, ਭਾਵੇਂ ਕਿੰਨੇ ਦੁੱਖ ਆ ਜਾਣ, ਕਿੰਨੇ ਸੁੱਖ ਵੀ ਆ ਜਾਣ, ਤਾਂ ਵੀ ਮਹਾਰਾਜ ਦਾ ਆਸਰਾ ਨਹੀਂ ਉਹ ਆਪਣੇ ਅੰਦਰੋਂ ਛੱਡਦੇ, ਸਤ ਸੰਗਤ ਵਿੱਚ ਲੱਗੇ ਰਹਿੰਦੇ ਐ, ਭਜਨ ਕਰਦੇ ਰਹਿੰਦੇ ਐ। ਫਿਰ ਸਾਧ ਸੰਗਤ ਜੀ ਇੱਕ ਦਿਨ ਐਸਾ ਆਉਂਦਾ ਹੈ ਜਦੋਂ ਫਲ ਸਾਰਾ ਰਸ ਜਾਂਦਾ ਹੈ, ਰਸਿਆ ਹੋਇਆ ਫਲ। ਫਿਰ ਇਸ ਸੰਸਾਰ ਬਾਗ ਦੇ ਮਾਲੀ ਕੌਣ ਹਨ? ਸੰਸਾਰ ਬਾਗ ਦੇ ਮਾਲੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਪੂਰੇ ਗੁਰੂ ਜੀ ਇਸ ਸੰਸਾਰ ਬਾਗ ਦੇ ਮਾਲੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਜੀਵ ਰੂਪੀ, ਜਗਿਆਸੂ ਰੂਪੀ, ਸਾਧਕ ਰੂਪੀ ਸਾਧ ਸੰਗਤ ਜੀ ਪੱਕੇ ਹੋਏ ਰਸੇ ਹੋਏ ਫਲ ਨੂੰ, ਜਿਹਨੂੰ ਕਿ ਬ੍ਰਹਮ ਗਿਆਨ ਰੂਪੀ ਰਸ ਪੈ ਗਿਆ ਹੈ, ਆਤਮਿਕ ਆਨੰਦ ਰੂਪੀ ਰਸ ਪੈ ਗਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਨੂੰ ਕੀ ਕਰਦੇ ਹੈ
ਕਿ ਅਕਾਲ ਪੁਰਖ ਵਾਹਿਗੁਰੂ ਮਾਲਕ ਦੇ ਕੋਲ ਪਹੁੰਚਾ ਦਿੰਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ। ਫਿਰ ਇਹ ਤੋੜ ਨਿਭਦੇ ਆ। ਇਹ ਕਬੀਰ ਸਾਹਿਬ ਜੀ ਨੇ ਵੇਖ ਕਰਕੇ ਕਿਹਾ ਕਿ ਕਬੀਰ ਫਲ ਲਾਗੇ ਫਲਨ। ਸਤ ਸੰਗਤ ਵਿੱਚ ਆ ਕਰਕੇ ਭਾਈ ਕਈ ਫਲਨ ਤਾਂ ਲੱਗ ਪਏ, ਪਰ ਕਹਿੰਦੇ ਨੇ ਪਾਕਣ ਲੱਗੇ ਆਮ। ਜਦੋਂ ਅੰਬ ਪੱਕਣ ਲੱਗੇ, ਪੱਕਣ ਦਾ ਸਮਾਂ ਆ ਗਿਆ, ਫਿਰ ਸਾਧ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਕਿ ਜਾਏ ਪਹੁੰਚੇ ਖਸਮ ਕੋ ਚੇਤੇ ਰੱਖੀ, ਕਿ ਖਸਮ ਨੂੰ ਉਹ ਹੀ ਪਹੁੰਚ ਸਕਦਾ ਹੈ ਜਿਸ ਫਲ ਨੂੰ ਵਿੱਚ ਕਾਣੋ ਨਾ ਪਈ ਹੋਵੇ, ਜੋ ਬੀਚ ਨਾ ਖਾਹੀ ਕਾਂਬ, ਕਿ ਕਾਵਾਂ ਨੇ ਨਾ ਟੁੱਕਿਆ ਹੋਵੇ, ਸੁੰਡੀਆਂ ਨਾ ਪੈ ਗਈਆਂ ਹੋਣ, ਖੱਟੇ ਨਾ ਹੋ ਗਏ ਹੋਣ, ਝੜ ਕੇ ਪਹਿਲਾਂ ਹੀ ਰਸ ਪੈਣ ਤੋਂ ਪਹਿਲਾਂ ਹੀ ਥੱਲੇ ਨਾ ਡਿੱਗ ਪਏ ਹੋਣ। ਇਸ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹੋ ਹੀ ਮੇਰੇ ਮਾਲਕ ਦੇ ਦਰ ਤੇ ਪ੍ਰਵਾਨ ਚੜ੍ਹਦੇ ਐ ਜਿਹੜੇ ਨਿਰੰਤਰ ਵਾਹਿਗੁਰੂ ਦੀ ਓਟ ਰੱਖਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਫਲ ਗੁਣ ਆਨੰਦ ਉਪਾਰਜਨਾ। ਜਦੋਂ ਗੁਣਾਂ ਦੀ ਕਮਾਈ ਕਰਦਿਆਂ ਕਿੰਨੇ ਗੁਣ ਧਾਰਨ ਕਰਦੇ ਐ, ਭਾਵੇਂ ਕਿ ਪਹਿਲਾਂ ਪਹਿਲ ਜਦੋਂ ਅਜੇ ਇਹ ਸਾਧ ਸੰਗਤ ਜੀ ਬਖਸ਼ਿਸ਼ ਨਹੀਂ ਨਾ ਹੋਈ ਹੁੰਦੀ ਤਾਂ ਕਿਸੇ ਦੀ ਕੌੜੀ ਗੱਲ ਜਰੀ ਤਾਂ ਨਹੀਂ ਜਾਂਦੀ, ਪਰ ਫਿਰ ਵੀ ਆਪਣੇ ਦਿਲ ਨੂੰ ਰੋਕ ਕੇ ਜਰ ਲੈਂਦੇ ਰੱਬ ਦੇ ਪਿਆਰੇ। ਫਿਰ ਹੌਲੀ ਹੌਲੀ ਬਖਸ਼ਿਸ਼ ਹੀ ਹੋ ਜਾਂਦੀ ਹੈ, ਸੁਭਾਅ ਹੀ ਪੈ ਜਾਂਦਾ ਹੈ। ਉਹਨਾਂ ਨੂੰ ਜਿਹਾ ਕਿਸੇ ਨੇ ਕੌੜਾ ਕਿਹਾ ਜਿਹਾ ਨਾ ਕਿਹਾ ਅਸਰ ਹੀ ਨਹੀਂ ਫਿਰ ਕਰਦੇ, ਪਰ ਪਹਿਲਾਂ ਪਹਿਲ ਮਨ ਤੇ ਅਸਰ ਬਹੁਤ ਹੁੰਦਾ ਹੈ। ਪਰ ਉਹ ਆਪਣੇ ਮਨ ਨੂੰ ਮਾਰਦੇ ਐ, ਗੁਣਾਂ ਨੂੰ ਕਮਾਉਂਦੇ ਐ, ਕੌੜਾ ਵਾਕ ਸਹਾਰ ਕੇ ਵੀ ਮਿੱਠਾ ਬੋਲ ਬੋਲਦੇ ਐ। ਫਿਰ ਸਾਧ ਸੰਗਤ ਜੀ ਕਿਸੇ ਕੋਲੋਂ ਦੁੱਖ ਸਹਾਰ ਕੇ ਵੀ ਉਹਨੂੰ ਸੁਖੀ ਕਰਨ ਦਾ ਯਤਨ ਕਰਦੇ ਐ। ਇਹੋ ਜਿਹਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ। ਮਹਾਰਾਜ ਕਹਿੰਦੇ ਇਹੋ ਜਿਹੇ ਗੁਣ ਕਮਾਉਣ ਕਰਕੇ ਫਿਰ ਬ੍ਰਹਮਾ ਆਨੰਦ ਦਾ ਫਲ ਜਿਹੜਾ ਨਾ ਰਸਦਾਇਕ, ਉਹ ਮਹਾਰਾਜ ਕਹਿੰਦੇ ਭਾਈ ਜਦੋਂ ਛਕਣ ਦਾ ਸਮਾਂ ਆ ਜਾਂਦਾ ਹੈ, ਜੀਵਨ ਜਦੋਂ ਆਨੰਦਮਈ ਹੋ ਜਾਂਦਾ ਹੈ, ਆਤਮਿਕ ਆਨੰਦ ਨਾਲ ਰਸ ਜਾਂਦਾ ਹੈ, ਉਹ ਕਿਵੇਂ ਰਸਦਾ ਹੈ ਹਜੂਰ ਦੱਸਦੇ ਹਨ। ਹਰ ਸੱਜਣ ਪ੍ਰਗਟੇ ਆਏ, ਜੋ ਹਰੀ ਲੋਕ ਪਰਲੋਕ ਦਾ ਮਿੱਤਰ ਹੈ, ਸੱਜਣ ਹੈ, ਮਹਾਰਾਜ ਕਹਿੰਦੇ ਆ ਕਰਕੇ ਭਾਈ ਉਹ ਸਾਖਿਆਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਸਾਰੀ ਕੀਤੀ ਹੋਈ ਸਾਧਨਾ ਨੂੰ ਮਹਾਰਾਜ ਫਲ ਲਾ ਦਿੰਦੇ। ਤੇ ਜਦੋਂ ਫਲ ਲੱਗਦਾ ਨਾ ਉਦੋਂ ਪਤਾ ਲੱਗ ਜਾਂਦਾ ਹੈ ਸਾਧਕ ਨੂੰ ਕਿ ਇਹ ਮੇਰੀ ਸਾਧਨਾ ਨੂੰ ਫਲ ਨਹੀਂ ਲੱਗਾ, ਇਹ ਤਾਂ ਮਹਾਰਾਜ ਨੇ ਦਇਆ ਹੀ ਕਰ ਦਿੱਤੀ। ਇਹ ਮੇਰੀ ਕਮਾਈ ਕਰਕੇ ਨਹੀਂ ਮੈਂ ਪਹੁੰਚਿਆ, ਕਿਉਂਕਿ ਨਾ ਤੂੰ ਆਵੈ ਵਸ ਬਹੁਤ ਕਢਾਵਣੇ, ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ। ਇਹ ਕਿਸੇ ਵੀ ਤਰੀਕੇ ਨਾਲ ਵਾਹਿਗੁਰੂ ਵਸ ਨਹੀਂ ਆਉਂਦਾ ਹੈ। ਮਹਾਰਾਜ ਤਾਂ ਦਇਆ ਨਾਲ ਹੀ ਜਦੋਂ ਤਰਸ ਪੈ ਜਾਂਦਾ ਹੈ ਨਾ, ਇਹ ਤਾਂ ਮਹਾਰਾਜ ਦੀ ਵਡਿਆਈ ਹੈ ਨਾ। ਸੱਚੇ ਪਾਤਸ਼ਾਹ ਗਰੀਬੀ ਦੇ ਉੱਤੇ ਸਤਿਗੁਰੂ ਜੀ ਢਲ ਜਾਂਦੇ ਹੈ, ਨਿਮਰਤਾ ਦੇ ਉੱਤੇ ਮਹਾਰਾਜ ਢਲ ਜਾਂਦੇ ਹੈ। ਜਦੋਂ ਪੁਕਾਰਦਾ ਹੈ ਜਗਿਆਸੂ ਮਹਾਰਾਜ ਨੂੰ ਕਿ ਮਹਾਰਾਜ ਮੇਰਾ ਕੋਈ ਨਹੀਂ ਤੇਰੇ ਤੋਂ ਬਿਨਾਂ ਆਸਰਾ, ਮਹਾਰਾਜ ਫਿਰ ਆਪਣਾ ਆਸਰਾ ਉਹਨੂੰ ਦਿੰਦੇ ਹੈ, ਆਪ ਦਇਆ ਕਰਦੇ ਹੈ। ਇਹ ਮੇਰੇ ਵਾਹਿਗੁਰੂ ਦਾ ਬਿਰਦ ਹੈ, ਸੁਭਾਵ ਹੈ ਕਿ ਉਹ ਹੈ ਹੀ ਗਰੀਬ ਨਵਾਜ। ਤੇ ਜਦੋਂ ਉਹਦਾ ਨਾਮ ਸਾਧ ਸੰਗਤ ਜੀ ਸਾਧਕ ਭਾਵਨਾ ਨਾਲ ਜਪਦੇ ਐ, ਸਾਧਨਾ ਕਰਦੇ ਐ, ਮਹਾਰਾਜ ਕਹਿੰਦੇ ਉਹਦਾ ਨਾਮ ਸੰਕਟ ਕਾਟ ਹੈ, ਸਾਰੇ ਸੰਕਟਾਂ ਨੂੰ ਦੁੱਖਾਂ ਨੂੰ ਕੱਟ ਦਿੰਦਾ ਹੈ। ਤੇ ਅੰਦਰ ਜਦੋਂ ਆ ਕੇ ਸਾਖਿਆਤ ਹੁੰਦਾ ਹੈ, ਮਹਾਰਾਜ ਕਹਿੰਦੇ ਗੁਣਾਂ ਨੂੰ ਫਲ ਪੈਂਦਾ ਹੈ, ਆਨੰਦ ਉਪਾਰਜਨਾ। ਅੰਦਰ ਜਿਹੜਾ ਹੈ ਆਤਮਿਕ ਆਨੰਦ ਉਹ ਉਪਾਰਜਨਾ ਉਤਪੰਨ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਜਿਸ ਆਨੰਦ ਨੂੰ ਭਾਲਦਿਆਂ ਬੜੀ ਜ਼ਿਆਦੀ ਜੱਦੋ ਜਹਿਦ ਜਗਿਆਸੂ ਕਰਦੇ ਹੈ, ਰਾਤ ਦਿਨ ਜਾਗਦੇ ਹੈ। ਕਬੀਰ ਸਾਹਿਬ ਜੀ ਵੀ ਕਿਹਾ ਨਾ ਕਿ ਭਾਈ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨੈ ਕਬਹੂ ਕੈ ਸੁਨੈ ਪੁਕਾਰ। ਕਦੇ ਤਾਂ ਪੁਕਾਰ ਸੁਣੇਗਾ ਹੀ ਨਾ। ਭਾਵੇਂ ਆਪਣੀ ਸਾਧਨਾ ਕਰਕੇ ਵਾਹਿਗੁਰੂ ਨੂੰ ਮਿਲਿਆ ਨਹੀਂ ਜਾ ਸਕਦਾ, ਪਰ ਮਹਾਰਾਜ ਇੱਕ ਪਰਪਾਟੀ ਇਹੀ ਬਣਾਈ ਹੈ ਕਿ ਭਾਈ ਸਾਧਨਾ ਕਰਨੀ ਪਵੇਗੀ। ਇਹ ਨਹੀਂ ਕਿ ਜੇ ਆਪਣੇ ਸਾਧਨਾ ਨਾਲ ਨਹੀਂ ਮਿਲਦਾ ਤੇ ਫਿਰ ਸਾਧਨ ਕਰਨੇ ਹੀ ਨਹੀਂ ਚਾਹੀਦੇ। ਨਹੀਂ, ਇਹ ਗੁਰਬਾਣੀ ਨੇ ਕਿਹਾ ਕਿ ਰਾਤ ਦਿਵਸ ਕੈ ਕੂਕਨੈ, ਰਾਤ ਦਿਨ ਪੁਕਾਰ ਕਰਾਂਗੇ ਤੇ ਕਬਹੂ ਕੇ ਸੁਣੇ ਪੁਕਾਰ। ਕਦੇ ਤਾਂ ਉਹ ਪੁਕਾਰ ਸੁਣੇਗਾ ਹੀ ਨਾ। ਜਦੋਂ ਉਹਨੇ ਪੁਕਾਰ ਸੁਣ ਲਈ ਉਦੋਂ ਫਲ ਲੱਗ ਗਿਆ।
ਫਿਰ ਅੰਦਰ ਆਨੰਦ ਦਾ ਮਹਾਰਾਜ ਕਹਿੰਦੇ ਉਤਪੰਨ ਹੋਣਾ ਭਾਈ ਸੁਭਾਵਕ ਹੈ। ਜਦੋਂ ਹਰੀ ਲੋਕ ਪਰਲੋਕ ਦਾ ਜੋ ਸੱਜਣ ਅੰਦਰ ਪ੍ਰਗਟ ਹੋ ਜਾਵੇ, ਸਾਖਿਆਤ ਹੋ ਜਾਵੇ। ਸੰਤ ਸਹਾਈ RAM ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਮਾਰਗ ਦੇ ਉੱਤੇ, ਇਸ ਪਿਆਰ ਦੇ ਵਿੱਚ ਮਹਾਰਾਜ ਪਰਮੇਸ਼ਰ ਨੂੰ ਮਿਲਣ ਵਿੱਚ ਕੋਈ ਸਹਾਇਤਾ ਵੀ ਕਰ ਸਕਦਾ ਹੈ। ਹਜੂਰ ਕਹਿੰਦੇ ਹਾਂ ਗੁਰਸਿੱਖੋ, ਜਿਨ੍ਹਾਂ ਸੰਤਾਂ ਦੇ ਅੰਦਰ ਵਾਹਿਗੁਰੂ ਦੀ ਸਾਖਿਆਤਤਾ ਹੈ, ਜਿਨ੍ਹਾਂ ਦੇ ਅੰਦਰੋਂ ਸੰਸਿਆਂ ਦਾ ਅੰਤ ਹੋ ਗਿਆ ਹੈ, ਜਿਨ੍ਹਾਂ ਦੇ ਅੰਦਰ ਮੇਰਾ ਵਾਹਿਗੁਰੂ ਆਪ ਪ੍ਰਤੱਖ ਰੂਪ ਵਿੱਚ ਹਾਜ਼ਰ ਨਾਜ਼ਰ ਵੈ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਰਾਮ ਦੇ ਮਿਲਣ ਵਿੱਚ ਸਹਾਈ ਹੁੰਦੇ ਹੈ। ਕਿਉਂਕਿ ਉਹ ਨਿਸ਼ਚਾ ਬਣਾਉਂਦੇ ਹੈ, ਉਹ ਦੱਸਦੇ ਹੈ ਕਿ ਰਸਤੇ ਵਿੱਚ ਕਿੱਥੇ ਕਠਿਨਾਈ ਆਵੇਗੀ, ਕਿੱਥੇ ਤੇਰਾ ਮਨ ਡੋਲੇਗਾ। ਜਦੋਂ ਤੇਰੇ ਆਸਾ ਤੇ ਅੰਦੇਸ਼ਾ ਦੇ ਜੜੇ ਹੋਏ ਤਖਤੇ ਖੁੱਲਣੇ ਐ, ਉਦੋਂ ਤੈਨੂੰ ਕੀ ਦਿਸੇਗਾ। ਇਸ ਤਰ੍ਹਾਂ ਉਹ ਦੱਸਦੇ ਹੈ ਕਿ ਵੇਖ ਹਉਮੈ ਦਾ ਵੱਡਾ ਪਹਾੜ ਤੈਂ ਚੱਕਿਆ ਹੋਇਆ, ਇਹ ਤੈਨੂੰ ਲਾਹੁਣਾ ਪਵੇਗਾ। ਸਾਧ ਸੰਗਤ ਜੀ, ਪੂਰਨ ਪੁਰਸ਼ ਹੀ ਅੰਤਰੀਵ ਦੀਆਂ ਜਿਹੜੀਆਂ ਕੁੰਡੀਆਂ ਨਾ ਉਹ ਖੋਲਦੇ ਐ। ਸੰਸਾਰੀ ਬਾਹਰਲੀਆਂ ਗੱਲਾਂ ਕਰਦੇ ਐ, ਪਰ ਜਿਹੜੇ ਸਤਿਪੁਰਸ਼ ਹੁੰਦੇ ਐ ਉਹਨਾਂ ਕੋਲੋਂ ਅੰਦਰਲੀ ਗੰਢ ਸਾਧ ਸੰਗਤ ਜੀ ਖੁਲਾਈ ਦੀ ਐ। ਜਿਹੜੇ ਕਮਾਈ ਵਾਲੇ ਮਹਾਂਪੁਰਖ ਹੁੰਦੇ ਆ ਨਾ, ਜੇ ਤਾਂ ਉਹਨਾਂ ਨੂੰ ਆਪਣੀ ਅੰਦਰਲੀ ਗੱਲ ਦੱਸੀਏ ਤੇ ਅੰਦਰਲੀ ਅਵਸਥਾ ਸਾਧ ਸੰਗਤ ਜੀ ਉਹ ਫਿਰ ਜਾਣਦੇ ਹੋਏ ਸਹੀ ਮਾਰਗ ਦਰਸ਼ਨ ਕਰ ਦਿੰਦੇ ਆ ਕਿ ਤੈਨੂੰ ਕਿਵੇਂ ਕਰਨਾ ਚਾਹੀਦਾ ਹੈ। ਕਿਉਂਕਿ ਕਈ ਵਾਰੀ ਸਾਧ ਸੰਗਤ ਜੀ ਸਿਮਰਨ ਕਰਦਿਆਂ ਭਾਵੇਂ ਕਿ ਕਈ ਵਾਰੀ ਬੜਾ ਧਿਆਨ ਲੱਗਾ ਰਹਿੰਦਾ ਹੈ, ਬੜਾ ਰਸ ਆਉਂਦਾ ਹੈ, ਇਹ ਕਈ ਵਾਰੀ ਰਸ ਛੁੱਟ ਜਾਂਦਾ ਹੈ ਤੇ ਉਹਦਾ ਕਾਰਨ ਨਹੀਂ ਆਪ ਨੂੰ ਪਤਾ ਲੱਗਦਾ। ਤੋ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਕਿਸੇ ਪ੍ਰੇਮੀ ਨੇ ਪੁੱਛਿਆ ਸੀ ਕਿ ਮਹਾਰਾਜ ਮੈਨੂੰ ਇੰਨਾ ਸਿਮਰਨ ਦਾ ਆਨੰਦ ਆਉਂਦਾ ਕਿ ਹੁਣ ਉਹ ਮਹਾਰਾਜ ਮੇਰਾ ਆਨੰਦ ਜਿਹੜਾ ਹੈ ਨਾ ਉਹ ਟੁੱਟ ਗਿਆ ਹੈ, ਆਨੰਦ ਨਹੀਂ ਮੈਨੂੰ ਆਉਂਦਾ, ਪਰ ਮੈਂ ਮਿਹਨਤ ਕਰਨੀ ਨਹੀਂ ਛੱਡੀ। ਮਹਾਂਪੁਰਖ ਕਹਿੰਦੇ ਭਾਈ ਉਹਦੇ ਕਾਰਨ ਹੁੰਦੇ ਐ। ਤੇ ਕਹਿਣ ਲੱਗਾ ਮਹਾਰਾਜ ਮੈਨੂੰ ਦੱਸੋ। ਕਹਿੰਦੇ ਇੱਕ ਤਾਂ ਤੂੰ ਪਹਿਲਾਂ ਜਿੰਨਾ ਵਕਤ ਪਹਿਲਾਂ ਸਿਮਰਨ ਕਰਦਾ ਹੋਵੇਂਗਾ ਓਨਾ ਨਹੀਂ ਕਰਦਾ ਹੋਣਾ। ਨਹੀਂ ਮਹਾਰਾਜ ਮੈਂ ਓਨਾ ਹੀ ਸਮਾਂ ਹੀ ਸਿਮਰਨ ਕਰਦਾ ਹਾਂ। ਫਿਰ ਕਹਿਣ ਲੱਗੇ ਇਕਾਂਤ ਚਿੱਤ ਨਹੀਂ ਰਹਿੰਦਾ ਹੋਵੇਂਗਾ। ਨਹੀਂ ਮਹਾਰਾਜ ਇਕਾਂਤ ਚਿੱਤ ਹੀ ਮੈਂ ਭਜਨ ਕਰਦਾ ਹਾਂ, ਕੋਈ ਫਰਕ ਨਹੀਂ ਇਹੋ ਜਿਹਾ, ਮੈਂ ਪਹਿਲਾਂ ਵਾਂਗ ਹੀ ਸਾਰਾ ਯਤਨ ਕਰਦਾ। ਮਹਾਂਪੁਰਖਾਂ ਦੱਸਦਿਆਂ ਹੋਇਆਂ ਫਿਰ ਕਿਹਾ ਕਿ ਭਾਈ ਜਿਸ ਪ੍ਰੇਮੀ ਰਾਹੀਂ ਸਿਮਰਨ ਕਰਨ ਦੀ ਪ੍ਰੇਰਣਾ ਮਿਲੀ ਹੋਵੇ, ਜੇ ਉਹ ਵੀ ਨਾਰਾਜ਼ ਹੋ ਜਾਵੇ ਤੇ ਤਾਂ ਵੀ ਸਿਮਰਨ ਦਾ ਰਸ ਟੁੱਟ ਜਾਂਦਾ ਹੈ। ਕਹਿਣ ਲੱਗਾ ਹਾਂ ਮਹਾਰਾਜ ਇਹ ਗੱਲ ਜ਼ਰੂਰ ਹੈ। ਜਿਹਦੀ ਪ੍ਰੇਰਣਾ ਨਾਲ ਮੈਂ ਸੰਗਤ ਵਿੱਚ ਜਾਣ ਲੱਗਾ ਸਾਂ, ਜਿਸ ਪ੍ਰੇਮੀ ਨੇ ਮੈਨੂੰ ਪ੍ਰੇਰ ਕਰਕੇ ਸੰਗਤ ਵਿੱਚ ਨਾਲ ਲਾਇਆ ਸੀਗਾ, ਮਹਾਰਾਜ ਉਹ ਕਿਸੇ ਗੱਲੋਂ ਮੇਰੇ ਤੇ ਖਫਾ ਹੈ। ਮਹਾਂਪੁਰਖ ਕਹਿੰਦੇ ਭਾਈ ਜਾ ਉਹਦੇ ਤੋਂ ਮਾਫੀ ਮੰਗ, ਫਿਰ ਭਜਨ ਕਰੀ ਤੇ ਮਹਾਰਾਜ ਕਿਰਪਾ ਕਰਨਗੇ, ਅਰਦਾਸ ਕਰਾਈ ਨਾਲੇ। ਤੇ ਸਾਧ ਸੰਗਤ ਜੀ ਉਹਨੇ ਫਿਰ ਇਵੇਂ ਹੀ ਕੀਤਾ। ਤੇ ਜਦੋਂ ਉਹਦੇ ਤੋਂ ਮਾਫੀ ਜਾਚਨਾ ਕੀਤੀ ਤੇ ਫਿਰ ਭਜਨ ਵਿੱਚ ਜੁੜਿਆ, ਉਹਦਾ ਫਿਰ ਉਵੇਂ ਰਸ ਬਣ ਗਿਆ। ਇਹ ਕਾਰਨ ਹੁੰਦੇ ਆ, ਸੂਖਸ਼ਮ ਕਾਰਨਾਂ ਨੂੰ ਸੰਤ ਹੀ ਦੱਸ ਸਕਦੇ ਆ, ਪੂਰਨ ਪੁਰਖ ਹੀ ਦੱਸ ਸਕਦੇ ਆ। ਮਹਾਰਾਜ ਕਹਿੰਦੇ ਭਾਈ ਉਹ ਸਹਾਈ ਹੁੰਦੇ ਆ, ਪਰ ਗੱਲ ਇਹ ਹੈ ਉਹ ਜਿਹੜਾ ਪਰਮਾਰਥ ਦਾ ਮਾਰਗ ਹੈ ਨਾ ਉਹਦੇ ਤੇ ਤੁਰਨਾ ਆਪ ਪੈਂਦਾ, ਕਦਮ ਕਦਮ ਆਪ ਤੁਰਨਾ ਪੈਂਦਾ। ਮਹਾਂਪੁਰਖ ਸਹਾਇਤਾ ਕਰਦੇ ਆ ਤੁਰਦਿਆਂ ਨੂੰ। ਤੇ ਜੇ ਕਹੇ ਕਿ ਹੱਥ ਹਿਲਾਵਾਂ ਨਾ, ਅੰਮ੍ਰਿਤ ਵੇਲੇ ਉੱਠਾਂ ਨਾ ਤੇ ਭਜਨ ਕਰਾਂ ਨਾ, ਤੇ ਉਹ ਸਾਧ ਸੰਗਤ ਜੀ ਉਹ ਕਹਿ ਛੱਡਦੇ ਆ ਕਿ ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਤੇ ਦਰਸ਼ਨ ਕਰਨੇ ਅੰਦਰੋਂ ਜਿਹੜੇ ਪਿਆਰ ਨਾਲ ਕਰਦੇ ਆ, ਜਿਹੜੇ ਸੰਗਤ ਵਿੱਚ ਰਹਿੰਦੇ ਉਹਨਾਂ ਦੇ ਕੋਲੋਂ ਬਚਨ ਸੁਣਦੇ ਆ, ਬਾਣੀ ਸੁਣਦੇ ਆ, ਕਥਾ ਕੀਰਤਨ ਸੁਣਦੇ। ਕਿਉਂਕਿ ਮਹਾਤਮਾ ਦਾ ਤੇ ਸੁਭਾਅ ਹੀ ਇਹ ਹੁੰਦਾ, ਕਥਾ ਕੀਰਤਨ ਤੋਂ ਬਿਨਾਂ, ਬਾਣੀ ਤੋਂ ਬਿਨਾਂ ਉਹ ਬਚਦੇ ਨਹੀਂ। ਪਰ ਜਦੋਂ ਬਾਣੀ ਦੇ ਸੁਣਨ ਦਾ ਵਕਤ ਆ, ਜਦੋਂ ਜਾ ਕੇ ਜੁੱਲੇ 'ਚ ਸੌਂ ਜਾਵੇ, ਜਦੋਂ ਕਥਾ ਕੀਰਤਨ ਦਾ ਸਮਾਂ ਉਦੋਂ ਵੀ ਖਿਸਕ ਜਾਵੇ, ਲੰਗਰ ਦੇ ਵਰਤਨ ਦਾ ਸਮਾਂ ਤੇ ਭੱਜ ਕੇ ਬਾਹਰ ਨਿਕਲ ਆਵੇ ਕਿ ਮੈਂ ਹੁਣ ਲੰਗਰ ਛਕਣਾ ਹੈ। ਤੇ ਇਹਦਾਂ ਤਾਂ ਨਹੀਂ ਨਾ ਸਾਧ ਸੰਗਤ ਜੀ ਨਿਹਾਲ ਹੋ ਸਕਦਾ। ਹਰ ਵੇਲੇ ਜਿਹੜਾ ਕੋਲ ਹੀ ਰਹਿੰਦਾ, ਦਰਸ਼ਨ ਹੀ ਕਰੀ ਜਾਂਦਾ ਹੈ,
ਉਹਦੀ ਵੀ ਮਹਾਰਾਜ ਕਲਿਆਣ ਕਰ ਦਿੰਦੇ, ਕਿਉਂਕਿ ਸਾਧੂ ਦੇ ਕੋਲ ਨਾਮ ਦੇ ਤੱਤ ਹੁੰਦੇ ਆ, ਸਾਧੂ ਕੋਲ ਸ਼ਾਂਤੀ ਦੇ ਤੱਤ ਹੁੰਦੇ ਆ। ਜਿਹੜਾ ਅੱਖੋਂ ਪਰੋਖੇ ਹੋ ਕਰਕੇ ਰਹੇ ਨਾ, ਤੇ ਭਭੂਤੀ ਮਾਇਆ ਜਿਹੜੀ ਹੈ ਨਾ, ਉਹ ਸਾਧੂਆਂ ਕੋਲ ਵੀ ਜ਼ਿਆਦੀ ਵਰਤਦੀ ਹੈ। ਫਿਰ ਜਿਹੜਾ ਪਾਸੇ ਹੋ ਕਰਕੇ ਰਵੇ, ਉਹ ਸਾਧ ਸੰਗਤ ਜੀ ਜਿੰਨੇ ਪਦਾਰਥ ਚੜ੍ਹਦੇ ਆ ਖਾਣ ਵਾਲੇ, ਉਹਨਾਂ ਦੇ ਵਿੱਚ ਵੀ ਉਹ ਰਸਮਈ ਆਨੰਦ ਲੈਂਦਾ ਰਹਿੰਦਾ ਹੈ। ਮਾਇਆ ਚੜ੍ਹਦੀ ਹੈ, ਉਹ ਵੀ ਉਹ ਕਾਬੂ ਕਰਦਾ ਰਹਿੰਦਾ ਹੈ, ਤੇ ਫਿਰ ਸਗੋਂ ਉਹਦਾ ਜਿਹੜਾ ਨਾ ਭਲਾ ਨਹੀਂ ਹੁੰਦਾ, ਉਹਦਾ ਨੁਕਸਾਨ ਹੋ ਜਾਂਦਾ ਹੈ। ਸਤਪੁਰਸ਼ ਉਹਦਾ ਜਿਹੜਾ ਕਰਮ ਵੇਖ ਕਰਕੇ ਉਹ ਤਾਂ ਵਾਹਿਗੁਰੂ ਦੇ ਪਰਾਇਣ ਰਹਿੰਦੇ ਆ। ਕਦੇ ਭਾਗ ਜਾਗਣ ਤਾਂ ਦੱਸ ਜ਼ਰੂਰ ਦਿੰਦੇ ਆ, ਭਾਈ ਇਹ ਜਿਹੜਾ ਨਾ ਸਹੀ ਕਰਮ ਨਹੀਂ, ਸਤ ਸੰਗਤ ਕਰਿਆ ਕਰੋ, ਕਥਾ ਸੁਣਿਆ ਕਰੋ, ਕੀਰਤਨ ਸੁਣਿਆ ਕਰੋ, ਕਹਿੰਦੇ ਆ ਉਹ। ਪਰ ਸਾਧ ਸੰਗਤ ਜੀ ਜਿਹੜਾ ਪਰਮਾਰਥ ਦੇ ਰਾਹ ਦਾ ਪਾਂਧੀ ਹੁੰਦਾ ਨਾ, ਉਹਦੇ ਤੇ ਬਹੁਤ ਅਸਰ ਹੁੰਦਾ ਉਹਨਾਂ ਦੇ ਬਚਨਾਂ ਦਾ। ਜਦੋਂ ਉਹ ਕਹਿੰਦੇ ਕੀ ਹੈ, ਉਹਨਾਂ ਦੇ ਕੰਨ ਜਿਹੜੇ ਆ ਉਹ ਉਧਰ ਨੂੰ ਲੱਗ ਜਾਂਦੇ ਆ, ਹਿਰਦਾ ਇਕਾਗਰ ਹੋ ਜਾਂਦਾ ਹੈ। ਮਹਾਂਪੁਰਸ਼ਾਂ ਦੇ ਕਹੇ ਹੋਏ ਬਚਨਾਂ ਨੂੰ ਸੁਣ ਸੁਣ ਕੇ ਉਤਸ਼ਾਹ ਨਾਲ ਕਮਾਈ ਕਰਦੇ ਆ। ਮਹਾਰਾਜ ਕਹਿੰਦੇ ਭਾਈ ਐਸੇ ਭਜਨਾ ਆਨੰਦ ਵਾਲੇ ਜਿਹੜੇ ਮਹਾਂਪੁਰਖ ਵੈ, ਬ੍ਰਹਮਾ ਆਨੰਦ ਵਾਲੇ ਮਹਾਂਪੁਰਖ ਵੈ, ਜਿਨ੍ਹਾਂ ਦੀ ਸਦਾ ਹੀ ਰਸਨਾ ਰਸ ਨਾਲ ਰਸੀ ਰਹਿੰਦੀ ਹੈ, ਸਦਾ ਸਾਧ ਸੰਗਤ ਜੀ ਉਹ ਪਿਆਰ ਨਾਲ ਭਰੇ ਰਹਿੰਦੇ ਆ। ਇੰਨੀ ਮਠਾਸ ਰਸਨਾ ਤੇ ਇੰਨਾ ਉਹਨਾਂ ਦਾ ਜੀਵਨ ਉੱਚਾ। ਮਹਾਰਾਜ ਕਹਿੰਦੇ ਜਿਹੜਾ ਸੰਗਤ ਕਰਦਾ ਹੈ ਨਾ ਗੁਰਸਿੱਖੋ, ਸੰਤ ਸਹਾਈ ਰਾਮ ਕੇ, ਰਾਮ ਨੂੰ ਪਰਮੇਸ਼ਰ ਨੂੰ ਮਿਲਣ ਵਿੱਚ ਮਹਾਂਪੁਰਸ਼ ਦੀ ਸੰਗਤ, ਪੂਰਨ ਪੁਰਖ ਦੀ ਸੰਗਤ ਜਿਹੜੀ ਹੈ ਉਹ ਸਹਾਇਤਾ ਕਰਦੀ ਹੈ। ਜਿਵੇਂ ਇੱਕ ਬਾਬਾ ਬਕਾਲਾ ਸਾਹਿਬ ਦਾ ਰਹਿਣ ਵਾਲਾ ਸੀਗਾ, ਤੇ ਉਹ ਸਾਧ ਸੰਗਤ ਜੀ ਉਹਨੇ ਰਾਧਾ ਸਵਾਮੀਆਂ ਦਾ ਮੰਤਰ ਬੜਾ ਚਿਰ ਕਮਾਇਆ, ਪਰ ਕੋਈ ਗੱਲ ਨਾ ਬਣੀ। ਫਿਰ ਭਾਈ ਵੀਰ ਸਿੰਘ ਸਾਹਿਬ ਨੂੰ ਉਸਨੇ ਆਖਿਆ ਕਿ ਮਹਾਰਾਜ ਮੈਂ ਬੜੀ ਸਾਧਨਾ ਕੀਤੀ ਹੈ, ਪਰ ਗੱਲ ਤਾਂ ਕੁਛ ਨਹੀਂ ਬਣੀ ਹੈਗੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਭਾਈ ਤੂੰ ਅਧੂਰੇ ਗੁਰੂ ਦਾ ਮੰਤਰ ਜਪਦਾ। ਕਹਿਣ ਲੱਗਾ ਮਹਾਰਾਜ ਮੈਂ ਤਾਂ ਪੂਰਾ ਹੀ ਸਮਝ ਕੇ ਜਪਿਆ। ਕਹਿੰਦੇ ਹੁਣ ਤੂੰ ਪੂਰਾ ਸਮਝਿਆ ਪਰ ਅੱਗੇ ਅਧੂਰਾ ਹੈ, ਪਰ ਜੇ ਤੂੰ ਕੋਈ ਪੂਰੇ ਗੁਰੂ ਜੀ ਦਾ ਮੰਤਰ ਜਪੇ ਤਾਂ ਫਿਰ ਕਿਰਪਾ ਹੋ ਸਕਦੀ ਹੈ। ਕਹਿਣ ਲੱਗਾ ਮਹਾਰਾਜ ਦੱਸੋ ਮੈਨੂੰ ਕੋਈ ਰਾਹ ਦੱਸੋ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਕਹਿੰਦੇ ਕਿ ਹਰਿਮੰਦਰ ਸਾਹਿਬ ਨਾ ਤੂੰ ਜਿਹੜਾ ਹੈ 3 ਪਹਿਰੇ ਦਾ ਕੀਰਤਨ ਸੁਣਿਆ ਕਰ, ਤੇ ਨਾਲੇ ਮੂਲ ਮੰਤਰ ਜਪਿਆ ਕਰ ਆਪਣੇ ਮੁਖ 'ਚ। ਇਉਂ ਉਹਨੇ ਸਾਧ ਸੰਗਤ ਜੀ ਆਸਾ ਦੀ ਵਾਰ ਦੇ ਭੋਗ ਤੱਕ ਨਾ ਉਹਨੇ ਕੀਰਤਨ ਸੁਣਨਾ। ਕਈਆਂ ਨੂੰ ਮਹਾਰਾਜ ਹੱਠ ਤਪ ਜਿਹੜਾ ਉਹ ਜ਼ਿਆਦਾ ਬਖਸ਼ ਦਿੰਦੇ ਆ, ਉਹ ਮਿਹਨਤ ਕਰ ਲੈਂਦੇ ਆ। ਜਿੰਨੀ ਮਿਹਨਤ ਉਹਨੇ ਉਧਰ ਨੂੰ ਕੀਤੀ ਸੀ, ਹੁਣ ਅੱਗੇ ਕੋਈ ਅੰਤਰਜਾਮੀ, ਕੋਈ ਜਾਗਦੀ ਜੋਤ, ਕੋਈ ਤਾਂ ਹੀ ਅਸਰ ਪੈਂਦਾ ਨਾ। ਤੇ ਸਰੀਰ ਨੇ ਸਰੀਰ ਦਾ ਕੀ ਜਾਣਨਾ ਸੀਗਾ, ਤੇ ਉਹ ਉਹਨੂੰ ਪੂਰਾ ਗੁਰੂ ਸਮਝੀ ਬੈਠਾ ਸੀ। ਪਰ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਸੁਣਦਿਆਂ ਮੂਲ ਮੰਤਰ ਵਿੱਚ ਸੁਰਤ ਟਿਕਾਉਣੀ ਸ਼ੁਰੂ ਕੀਤੀ, 3 ਮਹੀਨੇ ਬਾਅਦ ਉਹਨੇ ਭਾਈ ਸਾਹਿਬ ਨੂੰ ਆਖਿਆ, ਕਹਿੰਦਾ ਮਹਾਰਾਜ ਕਿਰਪਾ ਹੋ ਗਈ, ਮਨ ਦੇ ਫੁਰਨੇ ਰੁਕ ਗਏ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਐਸੀ ਰਹਿਮਤ ਕੀਤੀ, ਹੁਣ ਮੇਰਾ ਮਨ ਸਦਾ ਹੀ ਮੂਲ ਮੰਤਰ ਦੇ ਵਿੱਚ ਲੱਗਾ ਰਹਿੰਦਾ ਹੈ। ਜਾਪ ਮੇਰਾ ਜਿਹੜਾ ਨਾ ਹਿਰਦੇ ਵਿੱਚ ਚੱਲ ਪਿਆ ਹੈ। ਇਹੋ ਜੀ ਕਿਰਪਾ ਹੋਈ, ਸਾਰਾ ਸਰੀਰ ਹੀ, ਇੰਦਰੀ ਰੋਮ ਹੀ ਪਵਿੱਤਰ ਹੋ ਗਏ, ਮਨ ਟਿਕਾ ਵਿੱਚ ਆ ਗਿਆ, ਵਿਸ਼ਿਆਂ ਵਿਕਾਰਾਂ ਦੀ ਮੈਲ ਧੁੱਪ ਗਈ। ਇਹੋ ਜੀ ਕਿਰਪਾ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਜੁੜੇ ਹੋਏ ਸੀ, ਤੇ ਸਾਧ ਸੰਗਤ ਜੀ ਉਹਨਾਂ ਸਹਾਇਤਾ ਕਰ ਦਿੱਤੀ, ਰਾਹ ਦੱਸ ਦਿੱਤਾ। ਪਰ ਮਿਹਨਤ ਤਾਂ ਕਰਨੀ ਪਈ ਨਾ। ਕੀਰਤਨ ਸੁਣਿਆ ਉਹਨੇ ਆਪ, ਜਪਿਆ ਉਹਨੇ ਮੰਤਰ ਆਪ, ਪੂਰੇ ਗੁਰੂ ਜੀ ਦਾ ਪੂਰਾ ਮੰਤਰ ਜਦੋਂ ਜਪਿਆ, ਤੇ ਫਿਰ ਮਹਾਰਾਜ ਕਹਿੰਦੇ ਆ ਭਾਈ ਸੰਤ ਸਹਾਈ ਰਾਮ ਕੇ, ਰਾਮ ਦੇ ਮਿਲਣ ਵਿੱਚ ਜਿਹੜੇ ਆ ਪੂਰਨ ਪੁਰਖ ਸੰਤ ਮਹਾਤਮਾ ਸਹਾਇਤਾ ਕਰਦੇ ਆ। ਕਰ ਕਿਰਪਾ ਦੀਆ ਮਿਲਾਏ, ਉਹ ਕਿਰਪਾ ਕਰਕੇ ਮਿਲਾ ਦਿੰਦੇ ਆ, ਦੱਸ ਦਿੰਦੇ ਆ ਕਿ ਆ ਭੇਦਤਾ ਦੀ ਨਿਸ਼ਾਨੀ ਕੀ ਹੈ, ਵਾਹਿਗੁਰੂ ਕਿਵੇਂ ਮਿਲਣਗੇ। ਉਹ ਆਪਣੀ ਕਿਰਪਾ ਕਰ ਦਿੰਦੇ ਆ, ਕਿਉਂਕਿ ਜਿਹੋ ਜਿਹਾ ਮੇਰਾ ਵਾਹਿਗੁਰੂ ਦਿਆਲੂ ਹੈ ਨਾ, ਇਹੋ ਜਿਹੀ ਮਹਾਂਪੁਰਸ਼ ਉਹਦੇ ਪਿਆਰੇ ਵੀ ਏਡੇ ਹੀ ਦਿਆਲੂ ਹੁੰਦੇ ਆ। ਜਿਨ੍ਹਾਂ ਨੂੰ ਮਹਾਰਾਜ ਆਪਣੇ ਪਿਆਰ ਦੀ ਦਾਤ ਦਿੰਦੇ ਆ, ਉਹ ਕਿਸੇ ਦਾ ਦੁੱਖ ਸਹਾਰ ਨਹੀਂ ਸਕਦੇ। ਕਿਸੇ ਨੂੰ ਸਾਧ ਸੰਗਤ ਜੀ ਕਿਸੇ ਪ੍ਰਕਾਰ ਉਹ ਹਰ ਤਰ੍ਹਾਂ ਸੁਖੀ ਕਰਨਾ ਚਾਹੁੰਦੇ ਆ। ਇਹੋ ਜਿਹੇ ਰੱਬ ਦੇ ਪਿਆਰਿਆਂ ਕੋਲ ਜਦੋਂ ਕੋਈ ਮਿਲਣ ਦੀ ਬਾਬਤ ਪੁੱਛਦਾ, ਮਹਾਰਾਜ ਮੈਨੂੰ ਵੀ ਦੱਸੋ ਮੈਂ ਪਰਮੇਸ਼ਰ ਨੂੰ ਕਿਵੇਂ ਮਿਲਾਂ, ਤੇ ਉਹ ਕਿਰਪਾ ਕਰਕੇ ਫਿਰ ਵਾਹਿਗੁਰੂ ਨਾਲ ਮਿਲਾ ਦਿੰਦੇ ਆ। ਉਹਨਾਂ ਦੀ ਸੰਗਤ ਵਿੱਚ ਇੰਨਾ ਜ਼ਿਆਦਾ ਸਾਧ ਸੰਗਤ ਜੀ
ਗਿਆਨ ਹੁੰਦਾ ਹੈ, ਇੰਨਾ ਸੁੱਖ ਹੁੰਦਾ ਹੈ। ਤੇ ਉਹਨਾਂ ਦੀ ਸੰਗਤ ਕਰਦਿਆਂ ਹੀ ਜਦੋਂ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ ਸੰਤਾਂ ਦੀ, ਕਦੇ ਕਦੇ ਇਹੋ ਜਿਹੇ ਮਹਾਂਪੁਰਖ ਜਿਹੜੇ ਆ ਪੂਰਨ ਪੁਰਖ ਉਹ ਖੁਸ਼ ਹੁੰਦੇ ਆ। ਜਿਵੇਂ ਪਟਿਆਲੇ ਵਿਖੇ ਕਥਾ ਕਰਨ ਤੋਂ ਉਪਰੰਤ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ, ਉਹਨਾਂ ਦਾ ਸੁਭਾਅ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਕਈ ਚਿਰ ਬਾਣੀ ਪੜ੍ਹਦੇ ਹੁੰਦੇ ਸੀਗੇ। ਤੇ ਇੱਕ ਦਿਨ ਭਾਈ ਗੁਰਮੁਖ ਸਿੰਘ ਜੀ ਉੜੀਸਾ, ਜਿਸ ਨੇ ਮਹਾਂਪੁਰਖਾਂ ਦੀ ਚਿਖਾ ਵਿੱਚ ਨਾਲ ਛਾਲ ਮਾਰ ਦਿੱਤੀ ਸੀ, ਉਹਨੂੰ ਮਹਾਂਪੁਰਖ ਪਿਆਰ ਦੇ ਰਸ ਵਿੱਚ ਆ ਕਰਕੇ ਕਹਿੰਦੇ, ਭਾਈ ਗੁਰਮੁਖ ਸਿਆਂ, ਇਹ ਨਾ ਕਹੀਂ ਕਿ ਮੈਂ ਬਾਹਰਲੇ ਸੂਬੇ ਤੋਂ ਆਇਆ ਸਾਂ ਤੇ ਸਾਧਾਂ ਨਾਲ ਰਿਹਾ, ਮਿਲਿਆ ਤੇ ਮੈਨੂੰ ਕੁਝ ਵੀ ਨਹੀਂ, ਦੱਸ ਤੈਨੂੰ ਪ੍ਰਤੱਖ ਦਰਸ਼ਨ ਚਾਹੀਦੇ ਆ ਮਹਾਰਾਜ ਦੇ। ਤੇ ਭਾਈ ਗੁਰਮੁਖ ਸਿੰਘ ਉੜੀਸਾ ਹੱਥ ਜੋੜ ਕੇ ਮਹਾਂਪੁਰਖਾਂ ਦੇ ਬਚਨ ਸੁਣ ਰਿਹਾ ਸੀ ਤੇ ਇਹੀ ਸ਼ਬਦ ਕਹੇ ਸੀ ਕਿ ਓੜਕ ਪਹੁੰਚਾਵੋ ਦਾਤੇ, ਮਹਾਰਾਜ ਮੈਨੂੰ ਓੜਕ ਪਹੁੰਚਾ ਦਿਓ, ਨਿਵਾਹੇ ਲਿਓ, ਮਹਾਰਾਜ ਤੁਹਾਡੇ ਨਾਲ ਮੇਰੀ ਨਿਭ ਜਾਵੇ। ਇਹ ਸਾਧ ਸੰਗਤ ਜੀ ਉਸ ਨੇ ਮਹਾਂਪੁਰਖਾਂ ਤੋਂ ਮੰਗਿਆ ਸੀਗਾ ਤੇ ਇਹੋ ਜੀ ਉਸ ਨਿਭਾਹੀ ਕਿ ਚਿਖਾ 'ਚ ਨਾਲ ਹੀ ਛਾਲ ਮਾਰ ਕੇ ਮਹਾਂਪੁਰਖਾਂ ਦੇ ਉਹ ਸੱਚਖੰਡ ਜਾ ਬਰਾਜਿਆ ਸੀ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਦੋਂ ਕਿਰਪਾ ਕਰਦੇ ਆ ਨਾ ਸਤਿਪੁਰਸ਼, ਓਲਾ ਨਹੀਂ ਫਿਰ ਰੱਖਦੇ ਕੋਈ, ਉਹ ਵਾਹਿਗੁਰੂ ਦੀ ਸਾਖਿਆਤਤਾ ਕਰਾ ਦਿੰਦੇ ਆ, ਪਰਮੇਸ਼ਰ ਨਾਲ ਅਭੇਦ ਕਰ ਦਿੰਦੇ ਆ। ਸੇਜ ਸੁਹਾਵੀ ਸਰਬ ਸੁਖ, ਮਹਾਰਾਜ ਕਹਿੰਦੇ ਜਿਹੜੀ ਅੰਤਸ਼ਕਰਨ ਰੂਪੀ ਸੇਜਾ ਹੈ ਨਾ, ਉਹ ਫਿਰ ਸਾਧ ਸੰਗਤ ਜੀ ਸਾਰੇ ਸ਼ੁਭ ਗੁਣਾਂ ਨਾਲ ਸੋਭਨੀਕ ਸੁਹਾਵੀ ਸੋਭਨੀਕ ਹੋ ਜਾਂਦੀ ਹੈ। ਸਾਰੇ ਹੀ ਸੁੱਖ ਜਿਹੜੇ ਆ ਉਸੇ ਵੇਲੇ ਹੀ ਉਹਨਾਂ ਨੂੰ ਉਹ ਉਤਪੰਨ ਹੋ ਜਾਂਦੇ ਆ, ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਆ। ਅਸੀਂ ਕੀ ਕੋਈ ਪਦਾਰਥ ਖਾਈਏ ਉਹਦਾ ਹੀ ਰਸ ਆਊਗਾ, ਕੱਪੜਾ ਪਹਿਰਿਆ ਤੇ ਉਹਦਾ ਰਸ ਆਊਗਾ, ਮਹਾਂਪੁਰਖ ਨੂੰ ਸਾਰੇ ਹੀ ਰਸ ਪ੍ਰਾਪਤ ਹੋ ਜਾਂਦੇ ਆ। ਇਹੋ ਜਿਹਾ ਸਾਰਾ ਸੁੱਖ ਵਾਹਿਗੁਰੂ ਦੇ ਨਾਮ ਵਿੱਚ ਵਸਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਇਸੇ ਪ੍ਰਕਾਰ ਹੀ ਸੇਜ ਸੁਹਾਵੀ ਸਰਬ ਸੁਖ, ਅੰਤਸ਼ਕਰਨ ਰੂਪੀ ਸੇਜਾ ਸਾਧ ਸੰਗਤ ਜੀ ਜਿਨ੍ਹਾਂ ਨੇ ਸਜਾ ਲਈ ਹੈ। ਸਜਾਈ ਕੀ ਹੈ? ਉਹਦੇ ਤੇ ਸ਼ਰਧਾ ਰੂਪੀ ਜਿਹੜੀ ਹੈ ਨਾ, ਉਹ ਸਾਧ ਸੰਗਤ ਜੀ ਸੇਜ ਵਿਛਾਈ ਹੈ। ਤੇ ਮਨ ਬੁੱਧ ਚਿੱਤ ਅਹੰਕਾਰ, ਇਹ ਚਤੁਸ਼ਟਾ ਅੰਤਸ਼ਕਰਨ ਜਿਹੜਾ, ਇਹ ਚਾਰ ਪਾਵੇ ਬਣਾਏ ਹੈ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਸਤ ਸੰਤੋਖ ਦਇਆ ਧਰਮ, ਇਹ ਉਹਨਾਂ ਨੇ ਸੇਜਬੰਦ ਕੱਸੇ ਹੋਏ ਹੈ। ਇਸ ਪ੍ਰਕਾਰ ਇਹ ਸ਼ਰਧਾ ਦੀ ਬੜੀ ਮਖਮਲੀ ਵਿਛਾਈ ਕੀਤੀ ਹੋਈ ਹੈ। ਜਿਹਦੇ ਅੰਦਰ ਸ਼ਰਧਾ ਰੂਪੀ ਵਿਛਾਈ ਨਹੀਂ ਹੋਈ, ਦੱਸੋ ਉੱਥੇ ਨਿਰੰਕਾਰ ਰੂਪੀ ਰਾਜੇ ਨੇ ਆ ਕਰਕੇ ਫਿਰ ਬੈਠਣਾ ਕੀ ਹੈ? ਸਾਰੇ ਸੁੱਖ ਕਿਵੇਂ ਅੰਤਸ਼ਕਰਨ ਰੂਪੀ ਸੇਜਾ ਤੇ ਪ੍ਰਗਟ ਹੋ ਗਏ? ਇਹ ਸਾਧ ਸੰਗਤ ਜੀ ਜਿਹੜੀ ਸਾਡੀ ਬਿਰਤੀ ਹੈ ਨਾ, ਇਹ ਤਾਂ ਜਿਹੜੀ ਆ ਰਾਣੀ ਹੈ, ਪਰਮੇਸ਼ਰ ਜਿਹੜਾ ਹੈ ਉਹ ਰਾਜਾ ਹੈ, ਇੰਦਰੀਆਂ ਜਿਹੜੀਆਂ ਹਨ ਇਹ ਗੋਲੀਆਂ ਹਨ। ਤੇ ਇਸ ਪ੍ਰਕਾਰ ਜਿਹੜਾ ਇੰਦਰੀਆਂ ਰੂਪੀ ਗੋਲੀਆਂ ਨੂੰ ਵੀ ਭਜਨ ਕਰਨ ਵਿੱਚ ਲਾ ਲਿਆ ਹੈ। ਤੇ ਜਿਹਦੀ ਸਾਧ ਸੰਗਤ ਜੀ ਬਿਰਤੀ ਰੂਪੀ ਪਟਰਾਣੀ ਦਾ, ਵਾਹਿਗੁਰੂ ਰੂਪੀ ਰਾਜੇ ਦਾ ਜਦੋਂ ਉਹਨੂੰ ਮਿਲਾਪ ਹੋਇਆ, ਦਰਸ਼ਨ ਹੋਇਆ ਹੈ, ਬਿਰਤੀ ਦਾ ਅਭੇਦ ਹੋਣਾ ਹੀ ਸਾਧ ਸੰਗਤ ਜੀ ਸੇਜਾ ਦੇ ਉੱਤੇ ਪ੍ਰਗਟ ਹੋ ਜਾਣਾ ਹੈ। ਵਾਹਿਗੁਰੂ ਜਦੋਂ ਅੰਤਸ਼ਕਰਨ ਰੂਪੀ ਮੇਰੀ ਸੇਜੜੀਏ ਆਡੰਬਰ ਬਣਿਆ, ਜਦੋਂ ਸਾਧ ਸੰਗਤ ਜੀ ਇਹ ਸੇਜ ਜਿਹੜੀ ਅੰਦਰ ਵਿਛਾਈ ਹੋਈ ਹੈ, ਜਿਨ੍ਹਾਂ ਨੇ ਅੰਤਸ਼ਕਰਨ ਰੂਪੀ ਸੇਜਾ ਤੇ ਕੂੜ ਕਬਾੜ ਭਰ ਛੱਡਿਆ ਹੈ, ਸਾਧ ਸੰਗਤ ਜੀ ਉੱਥੇ ਫਿਰ ਦੱਸੋ ਵਾਹਿਗੁਰੂ ਰੂਪੀ ਰਾਜੇ ਨੇ ਕਿਵੇਂ ਆ ਕੇ ਬੈਠਣਾ, ਕਿਵੇਂ ਸਾਖਿਆਤ ਹੋਣਾ? ਫਿਰ ਉਹ ਸਰਦਾ ਰੂਪੀ ਸੇਜ ਦੇ ਉੱਤੇ ਜਿਹੜਾ ਵਿਸ਼ਿਆਂ ਵਿਕਾਰਾਂ ਦਾ ਤਿਆਗ ਕਰਨ ਰੂਪੀ ਫੁੱਲ ਖਿਲਾਰੇ ਹੋਏ ਆ। ਇਹੋ ਜੀ ਸੋਹਣੀ ਜਿਹੜੀ ਸੇਜਾ ਜਿਹੜੀ ਹੈ ਵਿਛਾਈ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸੇਜਾ ਦੇ ਉੱਤੇ ਆ ਕਰਕੇ ਫਿਰ ਸਾਧ ਸੰਗਤ ਜੀ ਜਿਹੜੇ ਆ ਸਾਖਿਆਤ ਹੁੰਦੇ ਆ। ਬਿਰਤੀ ਜਦੋਂ ਫਿਰ ਸਾਖਿਆਤਤਾ ਦਾ ਆਨੰਦ ਮਾਣਦੀ ਹੈ, ਅਭੇਦ ਹੋ ਕਰਕੇ ਵਾਹਿਗੁਰੂ ਦੇ ਅੰਦਰ ਸਾਧ ਸੰਗਤ ਜੀ ਉਹ ਮਹਾਂਪੁਰਖ ਇਹੋ ਜਿਹਾ ਆਨੰਦ ਪ੍ਰਾਪਤ ਕਰਦੇ ਹੈ। ਉਸ ਆਨੰਦ ਨੂੰ ਸ਼ਬਦਾਂ ਨਾਲ ਫਿਰ ਉਹਨਾਂ ਕੋਲੋਂ ਬਿਆਨ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹਨਾਂ ਦੀ ਅੰਤਸ਼ਕਰਨ ਰੂਪੀ ਜਿਹੜੀ ਸੇਜਾ ਹੈ ਨਾ, ਉਹ ਬੜੀ ਹੀ ਸੁਹਾਵੀ ਸੋਭਨੀਕ ਹੋਈ ਹੈ। ਸਾਰੇ ਹੀ ਸੁੱਖ ਪ੍ਰਗਟ ਹੋ ਗਏ ਜਦੋਂ ਵਾਹਿਗੁਰੂ ਸਾਖਿਆਤ ਹੋ ਗਏ। ਹੁਣ ਦੁੱਖਾ ਨਾਹੀ ਜਾਏ। ਮਹਾਰਾਜ ਕਹਿੰਦੇ ਜਦੋਂ ਇਹ ਅਵਸਥਾ ਹੋਈ ਤੇ ਫਿਰ ਗਰੀਬ ਨਵਾਜ ਕਹਿੰਦੇ ਹੁਣ ਉਸ ਸਮੇਂ ਗਿਆਨ ਕਾਲ ਦੇ ਅੰਦਰ ਦੁੱਖਾ ਨਾਹੀ ਜਾਏ, ਦੁੱਖਾਂ ਦੀ ਜਾਏ ਜਗ੍ਹਾ ਹੀ ਨਹੀਂ ਰਹਿ ਗਈ ਅੰਦਰ। ਕਿਉਂਕਿ ਜਦੋਂ ਸੇਜਾ ਦੇ ਉੱਤੇ ਰਾਜਾ ਬੈਠਾ
ਫਿਰ ਦੁੱਖ ਕਿਵੇਂ ਬਹਿ ਸਕਦੇ ਆ? ਜਦੋਂ ਸੇਜਾ ਖਾਲੀ ਪਈ ਹੈ ਫਿਰ ਉੱਥੇ ਦੁੱਖ ਬਵੇ, ਚਾਹੇ ਰੋਗ ਬਹਿਣ, ਚਾਹੇ ਜਿਹੜਾ ਮਰਜੀ ਬਵੇ ਆ ਕੇ ਖਾਲੀ ਸੇਜਾ ਤੇ ਆਪਣੀ ਸੇਜਾ ਨੂੰ ਖਾਲੀ ਛੱਡਿਆ ਪਿਆ ਜਿਨ੍ਹਾਂ ਨੇ। ਸਾਧ ਸੰਗਤ ਜੀ, ਜਿਸ ਅੰਤਸ਼ਕਰਨ ਰੂਪੀ ਸੇਜਾ ਤੇ ਸ਼ਰਧਾ ਰੂਪੀ ਵਸਾਈ ਦੇ ਉੱਤੇ ਆ ਕੇ ਨਿਰੰਕਾਰ ਸਾਖਿਆਤ ਹੋ ਗਏ ਹੈ, ਆਪ ਖੁਦ ਰਾਜਾ ਹੀ ਬਹਿ ਗਿਆ ਹੈ, ਤੇ ਦੁੱਖਾਂ ਦੀ ਕੀ ਜ਼ਰੂਰਤ ਹੈ? ਉਸ ਸਿੰਘਾਸਣ ਦੇ ਉੱਤੇ ਆ ਕਰਕੇ ਬਹਿ ਜਾਣ ਲੱਗੇ। ਮਹਾਰਾਜ ਕਹਿੰਦੇ ਭਾਈ ਹੁਣ ਦੁੱਖਾ ਨਾ ਹੀ ਜਾਏ, ਦੁੱਖਾਂ ਦੀ ਜਾਏ ਜਗ੍ਹਾ ਹੀ ਨਹੀਂ ਰਹਿ ਗਈ ਉਸ ਅੰਤਸ਼ਕਰਨ ਦੇ ਅੰਦਰ। ਵਾਹਿਗੁਰੂ ਸਾਖਿਆਤ ਹੋ ਗਏ ਨੇ। ਜਿਹੜੇ ਸਾਧ ਸੰਗਤ ਜੀ ਦੁੱਖਾਂ ਨਾਲ ਝੂਰਦੇ ਰਹਿੰਦੇ ਆ ਨਾ, ਵਾਹਿਗੁਰੂ ਦੇ ਨਾਮ ਨਾਲ ਜਿਹੜਾ ਹੈ ਨਹੀਂ ਜੁੜਨਾ, ਭਾਵ ਨਾਮ ਦਾ ਭੁੱਲ ਜਾਣਾ। ਮਹਾਰਾਜ ਆਖਿਆ ਸੀ ਨਾ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਤੇ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਜਦੋਂ ਵਾਹਿਗੁਰੂ ਹੀ ਅੰਦਰ ਹੈ ਨਹੀਂ, ਕਦੇ ਸਪਰਸ਼ ਹੀ ਨਹੀਂ ਲਿਆ, ਕਦੇ ਭਜਨ 'ਚ ਜੁੜੇ ਹੀ ਨਹੀਂ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਥੇ ਦੁੱਖ ਹੀ ਡੇਰਾ ਲਾ ਛੱਡਦੇ ਆ ਫਿਰ। ਤੇ ਜਦੋਂ ਵਾਹਿਗੁਰੂ ਸਾਖਿਆਤ ਹੋ ਜਾਂਦੇ ਆ ਅੰਤਸ਼ਕਰਨ ਰੂਪੀ ਸੇਜਾ ਤੇ, ਫਿਰ ਮਹਾਰਾਜ ਕਹਿੰਦੇ ਭਾਈ ਅਗਿਆਨਤਾ ਦਾ ਦੁੱਖ ਨਹੀਂ ਲੱਗਦਾ, ਅਵਿਦਿਆ ਦਾ ਦੁੱਖ ਨਹੀਂ ਲੱਗਦਾ, ਰੋਗਾਂ ਦੀਆਂ ਪੀੜਾਂ ਨਹੀਂ ਚਿੰਬੜਦੀਆਂ, ਛੰਕਿਆਂ ਦੇ ਮਹਾਰਾਜ ਕਹਿੰਦੇ ਦੁੱਖ ਨਹੀਂ ਲੱਗਦੇ। ਇਹ ਸਾਰੇ ਸਰੀਰਕ ਮਾਨਸਿਕ ਦੁੱਖ ਜਿਹੜੇ ਐ ਉਹਨਾਂ ਦੀ ਜਾਏ ਜਗ੍ਹਾ ਹੀ ਨਹੀਂ ਰਹਿੰਦੀ ਅੰਦਰ। ਸਾਰੇ ਦੁੱਖ ਮਹਾਰਾਜ ਕਹਿੰਦੇ ਭਾਈ ਉਥੋਂ ਨੱਠ ਜਾਂਦੇ ਆ, ਚਲੇ ਜਾਂਦੇ ਆ, ਦੁੱਖਾਂ ਦੀ ਜਗ੍ਹਾ ਨਹੀਂ ਅੰਦਰ ਰਹਿੰਦੀ ਹੈ। ਇਛ ਪੁੰਨੀ ਵੱਡ ਭਾਗਣੀ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੀ ਭਾਈ ਉਹ ਜਗਿਆਸੂ ਰੂਪ ਇਸਤਰੀ ਕਿ ਮਨ ਦੀ ਇੱਛਾ ਪੁੰਨੀ ਪੂਰੀ ਹੋ ਗਈ। ਕਿਉਂਕਿ ਮਹਾਰਾਜ ਨੂੰ ਇੰਨੀ ਬੇਸਬਰੀ ਨਾਲ ਯਾਦ ਕਰਦੇ, ਕਦੇ ਕਦੇ ਉਹਦੇ ਯਾਦ ਵਿੱਚ ਵਿਛੋੜੇ ਵਿੱਚ ਨੇਤਰਾਂ ਚੋਂ ਝੜੀ ਨੀਰ ਦੀ ਲੱਗ ਜਾਣੀ, ਕਦੇ ਕਦੇ ਪਿਆਰ ਵਿੱਚ ਇੰਨਾ ਦਿਲ ਉਮਗਣਾ ਕਿ ਸਾਧ ਸੰਗਤ ਜੀ ਜਿਵੇਂ ਉਹ ਸ਼ਿਵਨਾਭ ਰਾਜਾ ਸੀ ਨਾ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਉਸ ਨੂੰ ਹੋਇਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀਗਾ, ਸਾਖੀ ਲੰਮੀ ਹੈ, ਮਹਾਰਾਜ ਆਖਿਆ ਜਾਂ ਧਰਮਸ਼ਾਲਾ ਬਣਾ ਫਿਰ ਆਵਾਂਗੇ ਤੇਰੇ ਰਾਜ ਵਿੱਚ। ਰਾਜਾ 12 ਦਿਨਾਂ ਵਿੱਚ ਕਹਿੰਦੇ ਧਰਮਸ਼ਾਲਾ ਤਿਆਰ ਕਰਕੇ ਜਦੋਂ ਜੰਗਲ 'ਚ ਮਹਾਰਾਜ ਨੂੰ ਲੈਣ ਆਇਆ ਨਾ, ਤੇ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਰਾਜੇ ਦਾ ਪ੍ਰੇਮ ਪਰਖਣ ਲਈ ਮਹਾਰਾਜ ਆਪਣਾ ਸਰੂਪ ਅਲੋਪ ਕਰ ਲਿਆ ਸੱਚੇ ਪਾਤਸ਼ਾਹ ਨੇ। ਜਦੋਂ ਰਾਜੇ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਰਸ਼ਨ ਨਹੀਂ ਹੋਏ, ਰਾਜਾ ਜੰਗਲ ਵਿੱਚ ਬੇਬਲ ਹੋਇਆ, ਕਦੇ ਉਧਰ ਨੂੰ ਦੌੜਦਾ, ਕਦੇ ਉਧਰ ਨੂੰ ਦੌੜਦਾ, ਤੇ ਪਿਆਰ ਦੇ ਸਾਧ ਸੰਗਤ ਜੀ ਇਸ ਆਲਮ ਦੇ ਅੰਦਰ ਰਾਜੇ ਸ਼ਿਵਨਾਭ ਦੀ ਉਹ ਅਵਸਥਾ ਕਵਿਰਾਜ ਲਿਖਦੇ ਹੈ ਕਿ ਹੁਣ ਸਾਧ ਸੰਗਤ ਜੀ ਬ੍ਰਿਕਸ਼ ਬੋਲਦੇ ਨਹੀਂ ਹਨ, ਹਵਾ ਬੋਲਦੀ ਨਹੀਂ ਹੈ, ਪਰ ਇਹ ਪਿਆਰ ਦੀ ਅਵਸਥਾ ਹੈ। ਰਾਜਾ ਸ਼ਿਵਨਾਭ ਬ੍ਰਿਕਸ਼ਾਂ ਨੂੰ ਪੁੱਛਣ ਲੱਗ ਪਿਆ, ਬੌਰਾ ਹੋਇਆ ਕਿ ਗੁਰੂ ਨਾਨਕ ਸਾਹਿਬ ਨੂੰ ਤਾਂ ਨਹੀਂ ਵੇਖਿਆ। ਚੱਲਦੀ ਹੋਈ ਹਵਾ ਨੂੰ ਪੁੱਛਦਾ, ਗੁਰੂ ਨਾਨਕ ਸਾਹਿਬ ਨੂੰ ਤਾਂ ਨਹੀਂ ਵੇਖਿਆ। ਤੇ ਸਮੁੰਦਰ ਦੇ ਕੰਢੇ ਤੇ ਖਲੋਤਾ ਕਦੇ ਜਲ ਨੂੰ ਦੌੜਦਾ ਹੋਇਆ ਪੁੱਛਦਾ ਕਿ ਗੁਰੂ ਨਾਨਕ ਸਾਹਿਬ ਨੂੰ ਤੇ ਨਹੀਂ ਵੇਖਿਆ। ਇਉਂ ਦੌੜਦੇ ਹੋਏ ਦੇ ਬੇਬਲ ਹੋਏ ਦਾ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਬੇਹੋਸ਼ ਹੋ ਕੇ ਡਿੱਗਿਆ, ਸਤਿਗੁਰੂ ਦੇ ਪ੍ਰੀਤ ਨੂੰ ਵੇਖ ਕੇ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਤੇ ਸਤਿਗੁਰਾਂ ਨੇ ਤੇ ਸਮੇਂ ਆਪਣਾ ਪਵਿੱਤਰ ਜਿਹੜਾ ਸਤਿਗੁਰਾਂ ਦੇ ਸਾਫਾ ਸੀਗਾ ਉਹ ਚਿਹਰੇ ਤੇ ਫੇਰਦਿਆਂ ਹੋਇਆ ਮਹਾਰਾਜ ਇਸ ਦੀ ਮੂਰਛਾ ਤੋੜੀ। ਜਦੋਂ ਦਰਸ਼ਨ ਵੇਖਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ, ਜਿਵੇਂ ਇਹਦੇ ਅੰਦਰ ਪ੍ਰਾਣ ਆ ਗਏ ਹੋਣ। ਇਹ ਪ੍ਰੇਮੀਆਂ ਦੀ ਅਵਸਥਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ, ਇਛ ਪੁੰਨੀ ਵੱਡ ਭਾਗਣੀ। ਵੱਡ ਭਾਗਣੀ ਉਹ ਜਗਿਆਸੂ ਰੂਪ ਇਸਤਰੀ। ਕਿਉਂਕਿ ਵੱਡਿਆਂ ਭਾਗਾਂ ਵਾਲੀ ਕਿਉਂ ਕਿਹਾ ਉਸ ਨੂੰ? ਕਿਉਂਕਿ ਸਾਧ ਸੰਗਤ ਜੀ ਪਰਮੇਸ਼ਰ ਦੀ ਪ੍ਰੀਤ ਜਿਹਨੂੰ ਲੱਗ ਜਾਵੇ ਨਾ, ਉਹ ਬਹੁਤ ਵੱਡਿਆਂ ਭਾਗਾਂ ਵਾਲਾ ਹੈ। ਇੱਛਾ ਕੀ ਅੰਦਰ? ਇੱਛਾ ਇਹੀ ਹੈ ਮਹਾਰਾਜ ਤੁਹਾਡੀ ਸਾਖਿਆਤਤਾ ਹੋ ਜਾਵੇ, ਪ੍ਰਭੂ ਦਾ ਮਿਲਾਪ ਹੋ ਜਾਵੇ। ਇਹ ਅੰਦਰ ਮਹਾਰਾਜ ਕਹਿੰਦੇ ਭਾਈ ਇੱਛਾ ਉਹਨਾਂ ਦੇ ਹੁੰਦੀ ਹੈ, ਵੱਡਿਆਂ ਭਾਗਾਂ ਵਾਲੇ ਹਨ। ਵਰ ਪਾਇਆ ਹਰ ਰਾਏ। ਇੱਛਾ ਪੂਰੀ ਹੋਈ। ਕੀ ਇੱਛਾ ਪੂਰੀ ਹੋ ਗਈ? ਵਰ ਪਾਇਆ ਹਰ ਰਾਏ। ਵਰ ਪਤੀ ਜਿਹੜਾ ਸੀ, ਕੌਣ? ਜੋ ਰਾਏ ਰਾਜਾ ਸਰੂਪ ਹੈ ਨਾ, ਪਰਮੇਸ਼ਰ ਆਪ, ਉਹ ਸਾਧ ਸੰਗਤ ਜੀ ਪਤੀ ਰੂਪ ਵਿੱਚ ਪ੍ਰਾਪਤ ਹੋ ਗਿਆ। ਸਾਖਿਆਤਤਾ ਹੋ ਗਈ। ਐਡੀ ਇੱਛਾ ਸੀ ਜਿਹੜੀ ਮਨ ਦੇ ਅੰਦਰ ਤੀਬਰ ਲੱਗੀ ਹੋਈ, ਉਹ ਪੂਰੀ ਹੋ ਗਈ। ਸੱਚੇ ਪਾਤਸ਼ਾਹ ਦੀ ਸਾਖਿਆਤਤਾ ਹੋ ਗਈ।
ਪਤੀ ਪਰਮੇਸ਼ਰ ਅੰਦਰ ਜਿਹੜਾ ਸੀ ਉਹ ਸਾਧ ਸੰਗਤ ਜੀ ਸਾਖਿਆਤ ਹੋ ਗਿਆ, ਪ੍ਰਗਟ ਹੋ ਗਿਆ। ਇਹ ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੇ ਭਾਈ ਗੁਰਸਿੱਖ ਜਿਨ੍ਹਾਂ ਦੀ ਇਹ ਮਹਾਰਾਜ ਇੱਛਾ ਪੂਰੀ ਕਰ ਦਿੱਤੀ। ਮਿਲ ਸਹਿਆ ਮੰਗਲ ਗਾਵਹੀ। ਉਹ ਫਿਰ ਗੁਰਸਿੱਖਾਂ ਰੂਪੀ ਸਖੀਆਂ ਨਾਲ ਮਿਲ ਕੇ, ਸਤਸੰਗੀ ਰੂਪੀ ਸਖੀਆਂ ਨਾਲ ਮਿਲ ਕੇ, ਮਹਾਤਮਾ ਰੂਪੀ ਸਖੀਆਂ ਨਾਲ ਮਿਲ ਕਰਕੇ ਖੁਸ਼ੀਆਂ ਗਾਉਂਦੀਆਂ ਹਨ, ਬਹੁਤ ਖੁਸ਼ੀਆਂ ਪ੍ਰਗਟ ਕਰਦੇ ਐ। ਕਿਉਂਕਿ ਜਿਹਨੂੰ ਸਾਧ ਸੰਗਤ ਜੀ ਨਿਰੰਕਾਰ ਹੀ ਪ੍ਰਾਪਤ ਹੋ ਗਏ ਤੇ ਉਹਨੂੰ ਖੁਸ਼ੀ ਹੋਵੇ ਵੀ ਕਿਉਂ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈਓ, ਇੰਦਰੀਆਂ ਰੂਪੀ ਸਖੀਆਂ ਨਾਲ ਮਿਲ ਕਰਕੇ ਵੀ ਖੁਸ਼ੀਆਂ ਪ੍ਰਗਟ ਕਰਦੀਆਂ। ਉਹਨਾਂ ਦੀਆਂ ਇੰਦਰੀਆਂ ਹੀ ਖਿੜ ਜਾਂਦੀਆਂ ਹਨ, ਸਾਰੀਆਂ ਇੰਦਰੀਆਂ ਖੁਸ਼ੀ ਵਿੱਚ ਭਜਨ ਹੀ ਗਾਉਂਦੀਆਂ ਹਨ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੰਗਲਾਂ ਨੂੰ ਗਾਉਂਦੇ ਐ, ਖੁਸ਼ੀਆਂ ਕਰਦੇ ਹਨ। ਗੀਤ ਗੋਵਿੰਦ ਅਲਾਏ। ਤੇ ਮਿਲ ਕਰਕੇ ਮਹਾਰਾਜ ਕਹਿੰਦੇ ਭਾਈ ਇੰਦਰੀਆਂ ਰੂਪੀ ਸਖੀਆਂ, ਗੁਰਮੁਖ ਰੂਪੀ ਸਖੀਆਂ, ਮਹਾਤਮਾ ਰੂਪੀ ਸਖੀਆਂ, ਗੀਤ ਗੋਵਿੰਦ ਅਲਾਏ। ਜੋ ਮੇਰਾ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਹੈ, ਜੋ ਇੰਦਰੀਆਂ ਦਾ ਪ੍ਰਕਾਸ਼ਕ ਵਾਹਿਗੁਰੂ ਹੈ, ਉਹਦੇ ਗੀਤਾਂ ਨੂੰ, ਉਹਦੇ ਸਾਧ ਸੰਗਤ ਜੀ ਉਸਤਤ ਨੂੰ ਆਪਣੇ ਮੁਖ ਤੋਂ ਅਲਾਏ ਕਹਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਿਹਾ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ। ਇਹੋ ਜਿਹਾ ਰਾਗ ਆਲਾਪਦੇ ਆ, ਇਹੋ ਜਿਹਾ ਕੀਰਤਨ ਕਰਦੇ ਆ, ਸੁਣਨ ਵਾਲੇ ਵੀ ਸਾਧ ਸੰਗਤ ਜੀ ਧਨ ਹੋ ਜਾਂਦੇ ਆ, ਸੁਣਦੇ ਹੋਏ ਵੀ ਸਾਰੇ ਵਿਸਮਾਦ ਵਿੱਚ ਚਲੇ ਜਾਂਦੇ ਆ। ਇਹੋ ਜੀ ਕਮਾਈ ਕੀਤੀ ਹੋਈ ਮਹਾਂਪੁਰਖਾਂ ਦੀ, ਗੁਰਸਿੱਖਾਂ ਦੀ ਜਦੋਂ ਸਾਧ ਸੰਗਤ ਜੀ ਪਿਆਰ ਦੇ ਵਿੱਚ ਭਿੱਜ ਕਰਕੇ ਕਿਤੇ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਆ ਨਾ, ਸੁਣਨ ਵਾਲਿਆਂ ਨੂੰ ਵੀ ਦੇਸ਼ ਕਾਲ ਵਸਤੂ ਭੁੱਲ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਮ ਦੀ ਕਮਾਈ ਦੀ ਇਹ ਬਰਕਤ ਵੈ। ਜਿਨ੍ਹਾਂ ਸਾਧ ਸੰਗਤ ਜੀ ਆਪਣੇ ਹਿਰਦੇ ਵਿੱਚ ਮਹਾਰਾਜ ਦੀ ਸਾਖਿਆਤਤਾ ਨੂੰ ਪ੍ਰਾਪਤ ਕੀਤਾ ਹੈ, ਵਾਹਿਗੁਰੂ ਨੂੰ ਸਾਖਿਆਤ ਕਰ ਲਿਆ ਹੈ, ਮਹਾਰਾਜ ਕਹਿੰਦੇ ਭਾਈ ਉਹ ਸਤਪੁਰਸ਼ਾਂ ਰੂਪੀ ਸਖੀਆਂ ਵਿੱਚ ਖੁਸ਼ੀਆਂ ਕਰਦੇ ਹੈ, ਆਨੰਦ ਮਾਣਦੇ ਹੈ, ਜਿਵੇਂ ਮੱਛੀ ਪਾਣੀ ਵਿੱਚ ਆਨੰਦ ਮਾਣਦੀ ਹੈ। ਤੇ ਮਿਲ ਕਰਕੇ ਇਕੱਠੇ ਹੋ ਕਰਕੇ ਉਹ ਵਾਹਿਗੁਰੂ ਦੀ ਉਸਤਤ ਦਾ ਕੀਰਤਨ ਕਰਦੇ ਆ, ਪਰਮੇਸ਼ਰ ਦਾ ਜਸ ਆਪਣੇ ਮੁਖ ਤੋਂ ਗਾਇਨ ਕਰਦੇ ਹਨ। ਹਰ ਜਿਹਾ ਅਵਰ ਨਾ ਦਿਸਈ। ਉਹਨਾਂ ਨੂੰ ਪੁੱਛੀਏ ਕਿ ਵਾਹਿਗੁਰੂ ਦੇ ਬਰਾਬਰ ਕੋਈ ਹੋਰ ਵਾ? ਕਹਿੰਦੇ ਨਾ ਮਹਾਰਾਜ, ਤੇਰੇ ਵਰਗਾ ਤਾਂ ਸਾਨੂੰ ਕੋਈ ਦਿਆਲੂ ਕਿਰਪਾਲੂ ਦਿਖਾਈ ਨਹੀਂ ਦਿੰਦਾ। ਕਿ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਬਰਤਾ ਕਰਨ ਵਾਲੇ ਪਖੰਡੀ ਉਹੋ ਜੇ ਚੋਲੇ ਪਾ ਕੇ ਤਾਂ ਨਹੀਂ ਹੁਣ ਮਹਾਰਾਜ ਦਾ ਸਰੂਪ ਬਣਿਆ ਜਾ ਸਕਦਾ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਰਾਬਰ ਉਹਨਾਂ ਨੂੰ ਕੋਈ ਦਿਸਦਾ ਹੀ ਨਹੀਂ ਹੋਰ। ਕਹਿੰਦੇ ਹਰ ਜਿਹਾ ਅਵਰ ਨਾ ਦਿਸਈ। ਹੇ ਵਾਹਿਗੁਰੂ, ਤੇਰੇ ਵਰਗਾ ਹੋਰ ਕੋਈ ਸਾਨੂੰ ਦਿਖਾਈ ਨਹੀਂ ਦਿੰਦਾ ਹੈ। ਕੋਈ ਦੂਜਾ ਲਵੈ ਨਾ ਲਾਏ। ਕਿਸੇ ਦੂਜੇ ਨੂੰ ਤਾਂ ਪਰਮੇਸ਼ਰ ਦੇ ਲਵੇ ਸੁਦਰਸ਼ ਲਾਉਂਦੇ ਹੀ ਨਹੀਂ, ਉਹ ਬਰਾਬਰ ਲਾਉਂਦੇ ਹੀ ਨਹੀਂ। ਕਿਉਂਕਿ ਪਰਮੇਸ਼ਰ ਵਰਗਾ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਹੇ ਵਾਹਿਗੁਰੂ, ਜਿਹੋ ਜਿਹਾ ਤੂੰ ਹੈ ਉਹ ਤੂੰ ਹੀ ਹੈ, ਤੇਰੇ ਬਰਾਬਰ ਮਹਾਰਾਜ ਕਿਸੇ ਦੀ ਉਪਮਾ ਦਿੱਤੀ ਨਹੀਂ ਜਾ ਸਕਦੀ। ਜਿਵੇਂ ਭੱਟਾਂ ਨੇ ਕਿਹਾ ਸੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਮਹਾਰਾਜ ਸੱਚੇ ਪਾਤਸ਼ਾਹ ਉਪਮੇय ਰੂਪ ਵੀ ਆਪ, ਉਪਮਾਨ ਰੂਪ ਵੀ ਆਪ। ਮਹਾਰਾਜ ਤੁਹਾਡੀ ਉਪਮਾ ਕਿਹਦੇ ਨਾਲ ਦਈਏ? ਸੱਚੇ ਪਾਤਸ਼ਾਹ ਤੁਹਾਡੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ। ਮਹਾਰਾਜ ਕੋਈ ਦੂਸਰ ਲਵੈ ਨਾ ਲਾਏ। ਕਿਸੇ ਦੂਸਰੇ ਨੂੰ ਉਹ ਲਵੇ ਹੀ ਨਹੀਂ ਲਾਉਂਦੇ, ਬਰਾਬਰ ਨਹੀਂ ਲਾਉਂਦੇ, ਸੁਦਰਸ਼ ਨਹੀਂ ਸਮਝਦੇ ਮਹਾਰਾਜ ਦੇ। ਹਲਤ ਪਲਤ ਸਵਾਰਿਓ। ਹਲਤ ਪਲਤ ਸਵਾਰਿਓ ਨ ਲੋਕ ਤੇ ਪਰਲੋਕ ਉਹਨਾਂ ਦਾ ਮੇਰੇ ਵਾਹਿਗੁਰੂ ਜੀ ਸਵਾਰ ਦਿੰਦੇ ਆ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਐਸ ਲੋਕ ਵਿੱਚ ਅਭੇਦਤਾ ਦਾ ਆਨੰਦ ਮਾਣਦੇ ਹੈ। ਪਰਲੋਕ ਵਿੱਚ ਸਾਧ ਸੰਗਤ ਜੀ ਸਰੀਰ ਦੀ ਉਪਾਧੀ ਵੀ ਛੱਡ ਕਰਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੀ ਦਾਤ ਪ੍ਰਾਪਤ ਉਹਨਾਂ ਨੂੰ ਹੁੰਦੀ ਆ। ਨਿਹਚਲ ਦਿੱਤਿ ਅਨਜਾਏ। ਜਿਹੜੀ ਨਿਹਚਲ ਰਹਿਣ ਵਾਲੀ ਜਗ੍ਹਾ ਨਾ, ਸਦਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਉਹ ਸਾਧ ਸੰਗਤ ਜੀ ਟਿਕੇ ਰਹਿਣ ਵਾਲਾ ਸਾਰਾ ਜਿਹੜਾ ਅਸਥਾਨ ਵੈ, ਨਿਹਚਲ ਜਗ੍ਹਾ ਜਿਹੜੀ ਧਰੂ ਜੀ ਨੂੰ ਪ੍ਰਾਪਤ ਹੋ ਗਈ। ਧਰੂ ਅਟਲ ਅਜੂਹ ਨਾ ਟਰਿਓ, ਜਿਨ੍ਹਾਂ ਨੂੰ ਅਟਲ ਪਦਵੀ ਮੇਰੇ ਵਾਹਿਗੁਰੂ ਨੇ ਦਿੱਤੀ, ਉਹ ਅਟਲ ਪਦਵੀ ਜਿਹੜੀ ਹੈ ਸਦਾ ਰਹਿਣ ਵਾਲੀ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ, ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਆ। ਸੰਸਾਰ ਸਾਗਰ ਤੇ ਰੱਖਿਆਨ। ਮਹਾਰਾਜ ਕਹਿੰਦੇ ਭਾਈ ਮੇਰੇ ਵਾਹਿਗੁਰੂ ਨੇ ਸੰਸਾਰ ਸਮੁੰਦਰ ਤੋਂ, ਜਿਹਦੇ ਵਿੱਚ ਵਕਾਰਾਂ ਰੂਪੀ ਅਸਰਾਲਾਂ ਸਨ,
ਉਹਦੇ ਤੋਂ ਰੱਖ ਲਿਆ ਮਹਾਰਾਜ ਨੇ, ਹੱਥ ਦੇ ਕੇ ਰੱਖਿਆ ਕਰ ਲਈ। ਬਹੁੜ ਨ ਜਨਮੈ ਧਾਇ, ਬੌੜੋ ਫਿਰ ਜਨਮ ਨਹੀਂ ਲੈਣਾ ਪਿਆ। ਤੇ ਧੌਣਾ ਕੀ ਹੁੰਦਾ ਹੈ? ਜਨਮ ਲੈ ਲੈ ਕੇ ਜੂਨਾਂ ਵਿੱਚ ਆਉਣਾ, ਬਾਰ-ਬਾਰ ਮਰ-ਮਰ ਕੇ ਜਾਣਾ ਤੇ ਜਨਮ ਲੈ ਲੈ ਕੇ ਆਉਣਾ। ਇਹ ਧੌਣਾ ਹੀ ਉਹਨਾਂ ਦਾ, ਦੌੜਨਾ ਹੀ ਜੂਨਾਂ ਵਿੱਚ ਮਿਟ ਗਿਆ। ਜੰਮਣ ਮਰਨ ਮੇਟ ਦਿੱਤਾ ਵਾਹਿਗੁਰੂ ਨੇ। ਜਿਹਵਾ ਏਕ ਅਨੇਕ ਗੁਣ, ਮਹਾਰਾਜ ਕਹਿੰਦੇ ਭਾਈ ਜੀਭਾ ਤਾਂ ਇੱਕ ਹੈ, ਵਾਹਿਗੁਰੂ ਜੀ ਦੇ ਗੁਣ ਅਨੇਕਾਂ ਹਨ। ਗੁਣ ਜਿਹੜੇ ਆ ਉਹ ਤਾਂ ਸ਼ੇਸ਼ ਨਾਗ ਕੋਲੋਂ ਜਿਹੜੀ ਆ ਉਹ 10,000 ਜੀਭਾ ਨਾਲ ਨਹੀਂ ਗਿਣੇ ਜਾ ਰਹੇ। ਮਹਾਰਾਜ ਸਾਡੀ ਜੀਭਾ ਇੱਕ ਹੈ। ਮਹਾਰਾਜ ਜਿਹਵਾ ਏਕ ਕਵਨ ਗੁਣ ਕਹੀਆ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਮਹਾਰਾਜ ਆਪ ਦੇ ਗੁਣ ਗਿਣੇ ਨਹੀਂ ਜਾ ਸਕਦੇ। ਸਾਡੀ ਜੀਭਾ ਤਾਂ ਮਹਾਰਾਜ ਇੱਕ ਵੈ, ਕਿਵੇਂ ਗੁਣਾਂ ਨੂੰ ਕਹਿ ਸਕਦੀ ਆ। ਤਰੇ ਨਾਨਕ ਚਰਣੀ ਪਾਏ, ਮਹਾਰਾਜ ਕਹਿੰਦੇ ਭਾਈ ਉਹ ਤਰ ਗਏ ਆ ਸੰਸਾਰ ਤੋਂ, ਜਿਨ੍ਹਾਂ ਨੂੰ ਪੂਰੇ ਗੁਰੂ ਜੀ ਨੇ ਆਪਣੇ ਚਰਨਾਂ ਵਿੱਚ ਪਾ ਲਿਆ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਨਿਰੰਕਾਰ ਦੇ ਨਾਮ ਰੂਪੀ ਚਰਨਾਂ ਵਿੱਚ ਪਾ ਦਿੱਤਾ ਨਾ। ਮਹਾਰਾਜ ਕਹਿੰਦੇ ਤਰੇ ਨਾਨਕ ਚਰਣੀ ਪਾਏ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਤਰ ਗਏ ਉਹ ਸਾਰੇ, ਜਿਨ੍ਹਾਂ ਨੂੰ ਨਿਰੰਕਾਰ ਨੇ ਆਪਣੇ ਨਾਮ ਰੂਪੀ ਚਰਨਾਂ ਵਿੱਚ ਪਾਇਆ ਏ। ਫਲ ਗੁਣ ਨਿਤ ਸਲਾਹੀਐ, ਹਜੂਰ ਇਸ ਫਲ ਗੁਣ ਦੇ ਫੱਗਣ ਦੇ ਮਹੀਨੇ ਵਿੱਚ ਕਹਿੰਦੇ ਜਦੋਂ ਭਾਈ ਗੁਣਾਂ ਦੀ ਕਮਾਈ ਨੂੰ ਫਲ ਲੱਗਦਾ ਹੈ ਤਾਂ ਸਤਿਗੁਰੂ ਕਹਿੰਦੇ ਦਾਤ ਮਿਲਦੀ ਹੈ, ਨਿਤ ਸਲਾਹੀ ਹੈ। ਨਿਤਾ ਹੀ ਵਾਹਿਗੁਰੂ ਨੂੰ ਸਲਾਉਣ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਅਥਵਾ ਮਹਾਰਾਜ ਕਹਿੰਦੇ ਇਸ ਫੱਗਣ ਦੇ ਮਹੀਨੇ ਵਿੱਚ ਐਸੇ ਵਾਹਿਗੁਰੂ ਨੂੰ ਸਦਾ ਹੀ ਭਾਈ ਸਲਾਉਣਾ ਕਰੀਏ, ਸਦਾ ਹੀ ਉਹਦੀ ਸਿਫਤ ਕਰੀਏ, ਨਾਮ ਜਪੀਏ। ਜਿਸ ਨੂੰ ਤਿਲ ਨ ਤਮਾਏ, ਜਿਹਨੂੰ ਕੋਈ ਤਿਲ ਜਿੰਨਾ ਵੀ ਤਮਾ ਖਾਹਸ਼ ਨਹੀਂ ਹੈ, ਤਿਲ ਜਿੰਨੀ ਵੀ ਤਮਾ ਇੱਛਾ ਨਹੀਂ ਆਪਣੀ ਵਡਿਆਈ ਕਰਾਉਣ ਦੀ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਤਿਲ ਜਿੰਨੀ ਵੀ ਤਮਾ ਕੋਈ ਖਾਹਸ਼ ਨਹੀਂ ਹੈ ਕਿ ਇਹ ਜਿਹੜਾ ਹੈ ਮੇਰੀ ਪੂਜਾ ਕਰੇ। ਜਾਂ ਕਈ ਸਾਧ ਸੰਗਤ ਜੀ ਸੁਖਣਾ ਸੁੱਖ ਕੇ ਨਾ ਤੇ ਗੁਰੂ ਘਰ ਵੀ ਅਰਦਾਸਾਂ ਕਰਾਉਂਦੇ ਆ, ਪਰ ਜੋ ਬਚਨ ਕਰਦੇ ਫਿਰ ਭੁੱਲ ਹੀ ਜਾਂਦੇ ਆ। ਮਹਾਰਾਜ ਤਾਂ ਕੁਛ ਵੀ ਨਹੀਂ ਕਹਿੰਦੇ, ਪਰ ਜਿਹੜਾ ਕਬਰਾਂ ਤੇ ਮੰਨਤਾਂ ਮੰਨਦੇ ਆ ਨਾ ਉਹ ਚਿੰਬੜ ਜਾਂਦੇ ਮੁੜ ਕੇ, ਜੇ ਉਹਨਾਂ ਦੀ ਮੰਨਤ ਨਾ ਪੂਰੀ ਕਰੋ। ਸੱਚੇ ਪਾਤਸ਼ਾਹ ਜੀ ਨੂੰ ਕਿਸੇ ਕੋਲੋਂ ਕੁਝ ਲੈਣ ਦੀ ਤਮਾ ਨਹੀਂ ਹੈ, ਇੱਛਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਵੱਡੇ ਦਾਤੇ ਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ। ਇਉਂ ਹਜੂਰ ਫਰਮਾਉਂਦੇ ਆ ਕਿ ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਜਿਨ੍ਹਾਂ ਨੂੰ ਤਿਲ ਜਿੰਨੀ ਵੀ ਤਮਾ ਕੋਈ ਖਾਹਸ਼ ਨਹੀਂ ਹੈ, ਫੱਗਣ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੂੰ ਭਾਈ ਸਦਾ ਸਲਾਉਣਾ ਕਰੀਏ। ਜਿਨ ਜਿਨ ਨਾਮ ਧਿਆਇਆ, ਤੋ ਸਾਧ ਸੰਗਤ ਜੀ ਇਹ ਅਖੀਰਲੀ ਪੌੜੀ ਆ ਮੰਗਲ ਰੂਪ। ਸੋ ਥੋੜੇ 5-7 ਮਿੰਟ ਹੀ ਲੱਗਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ 12ਵਾਂ ਮਾਝ ਦੀ ਮਹਾਰਾਜ ਸਮਾਪਤੀ ਕਰਦੇ ਆ, ਸਤਿਗੁਰੂ ਗਰੀਬ ਨਿਵਾਜ ਤੇ ਮਹਾਰਾਜ ਮੰਗਲ ਰੂਪ ਇਸ ਪੌੜੀ ਨੂੰ ਸਤਿਗੁਰੂ ਜੀ ਉਚਾਰਨ ਕਰਦੇ ਹੋਏ ਸੰਪੂਰਨ ਕਰ ਰਹੇ ਆ। ਬਾਣੀ ਨੂੰ ਹਜੂਰ ਫਰਮਾਉਂਦੇ ਹਨ, ਜਿਨ ਜਿਨ ਨਾਮ ਧਿਆਇਆ। ਮਹਾਰਾਜ ਕਹਿੰਦੇ ਭਾਈ ਜਿਨ ਜਿਨ ਨਾਮ ਧਿਆਇਆ, ਜਿਸ ਕਿਸੇ ਨੇ ਵੀ ਨਾਮ ਨੂੰ ਧਿਆਇਆ ਹੈ, ਸਤਿਯੁਗ 'ਚ ਧਿਆਇਆ ਹੈ। ਮਹਾਰਾਜ ਕਹਿੰਦੇ ਤ੍ਰੇਤੇ 'ਚ ਧਿਆਇਆ ਹੈ, ਦੁਆਪਰ 'ਚ ਧਿਆਇਆ ਹੈ, ਕਲਯੁਗ 'ਚ ਧਿਆਇਆ ਹੈ। ਜਿਸ ਜਿਸ ਕਿਸੇ ਨੇ ਵੀ ਮੇਰੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਕਰ ਬਿਰਤੀ ਕਰਕੇ ਧਿਆਉਣਾ ਕੀਤਾ ਏ, ਤਿਨ ਕੇ ਕਾਜ ਸਰੇ। ਉਹਨਾਂ ਦੇ ਕਾਰਜ ਸਾਰੇ ਮੇਰੇ ਵਾਹਿਗੁਰੂ ਨੇ ਸਵਾਰ ਦਿੱਤੇ। ਸਤਿਯੁਗ ਵਿੱਚ ਭਗਤ ਪ੍ਰਹਲਾਦ ਜੀ ਦੀ ਰੱਖਿਆ ਕਰਨ ਰੂਪੀ ਕਾਰਜ ਨਹੀਂ ਸਵਾਰਿਆ, ਪਰ ਜੀ ਨੇ ਪਰਮੇਸ਼ਰ ਨੂੰ ਚੇਤੇ ਕੀਤਾ ਤੇ ਥੰਮ ਉਪਾੜ ਹਰ ਕੀਆ ਵਿਸਥਾਰ। ਮਹਾਰਾਜ ਥੰਮ ਪਾੜ ਕੇ ਬਾਹਰ ਆ ਗਏ। ਇਹ ਸਾਧ ਸੰਗਤ ਜੀ ਜਿਨ ਜਿਨ ਨਾਮ ਤੇ ਆਇਆ, ਮਹਾਰਾਜ ਕਹਿੰਦੇ ਐ। ਫਿਰ ਸਾਧ ਸੰਗਤ ਜੀ ਤ੍ਰੇਤੇ ਦੇ ਅੰਦਰ ਵੇਖੋ ਹਨੂਮਾਨ ਜੀ ਜਿਹੜੇ ਆ ਉਹਨਾਂ ਨੇ ਭਗਤੀ ਕੀਤੀ ਹੈ, ਤੇ ਫਿਰ ਸਾਧ ਸੰਗਤ ਜੀ ਦੁਆਪਰ ਵਿੱਚ ਬਿਦਰ ਜੀ ਆਦਿਕ ਭਗਤ ਹੋਏ ਆ। ਕਲਯੁਗ ਦੇ ਵਿੱਚ ਕਬੀਰ ਜੀ ਭਗਤ ਹੋਏ ਆ, ਜਿਨ੍ਹਾਂ ਦਾ ਜਾਗੀ ਮਹਾਰਾਜ ਨੇ ਆਪ ਸੰਪੂਰਨ ਕੀਤਾ। ਫਿਰ ਧੰਨਾ ਭਗਤ ਜੀ ਜਿਨ੍ਹਾਂ ਦੀਆਂ ਗਊਆਂ ਆਪ ਰੂਪ ਧਾਰ ਕਰਕੇ ਮਹਾਰਾਜ ਚਾਰੀਆਂ। ਭਗਤ ਬਾਬਾ ਨਾਮਦੇਵ ਜੀ ਵਾਸਤੇ ਦੇਵਰਾ ਹੀ ਘੁਮਾਤਾ ਮਹਾਰਾਜ ਨੇ, ਅਜੇ ਵੀ ਨਾਮਦੇਵ ਜੀ ਦਾ ਘੁੰਮਿਆ ਹੋਇਆ ਉਹ ਦੇਹਰਾ ਸੰਗਤਾਂ ਦਰਸ਼ਨ ਕਰਦੀਆਂ। ਮਹਾਰਾਜ ਕਹਿੰਦੇ ਜਿਨ ਜਿਨ ਨਾਮ ਤੇ ਆਇਆ ਗੁਰਸਿੱਖੋ, ਜਿਸ ਜਿਸ ਨੇ ਵੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਤਿੰਨ ਕੇ ਕਾਜ ਸਰੇ। ਉਹਨਾਂ ਦੇ ਸਾਰੇ ਹੀ ਕਾਰਜ ਜਿਹੜੇ ਆ ਸੰਸਾਰਕ ਪਰਮਾਰਥਕ ਸਾਰੇ ਹੀ ਪੂਰੇ ਕਰ ਦਿੱਤੇ ਮੇਰੇ ਵਾਹਿਗੁਰੂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੋਵੇਂ ਥਾਂ ਰੱਖੇ ਗੁਰ ਸੂਰੇ, ਹਲਤ ਪਲਤ ਪ੍ਰਭ ਦੋਵੇਂ ਸਵਾਰੈ, ਕਾਰਜ ਹੋਏ ਸਗਲੇ ਪੂਰੇ। ਸਾਰੇ ਹੀ ਕਾਰਜ ਉਹਨਾਂ ਦੇ ਪੂਰੇ ਹੋ ਜਾਂਦੇ, ਕੋਈ ਕਾਰਜ ਰਹਿੰਦਾ ਹੀ ਨਹੀਂ।
ਇਹ ਨਾਮ ਦੇ ਜਪਣ ਦੀ ਬਰਕਤ ਹੈ ਸਾਧ ਸੰਗਤ ਜੀ। ਜਿਹਨੇ ਸਾਰੇ ਕਾਰਜ ਪੂਰੇ ਕਰਨੇ ਉਹ ਨਾਮ ਨਾਲ ਜੁੜ ਜਾਵੇ, ਜਿਹਨੇ ਥੋੜੇ ਕਰਨੇ ਆ ਮਾਇਆ ਨਾਲ ਉਹ ਫਿਰ ਮਾਇਆ ਦੇ ਮਗਰ ਲੱਗੇ ਰਹੇ। ਤੇ ਮਹਾਰਾਜ ਨੇ ਕਿਹਾ ਉਹਦਾ ਕਿन्हीं ਨਾ ਕੀਏ ਮਾਇਆ ਕਾਜ ਪੂਰੇ। ਮਹਾਰਾਜ ਕਹਿੰਦੇ ਮਾਇਆ ਨੇ ਕਿਸੇ ਦੇ ਕੰਮ ਪੂਰੇ ਨਹੀਂ ਕੀਤੇ, ਮਹਾਰਾਜ ਕਿਸੇ ਕਰਕੇ ਨਹੀਂ ਵੇਖੇ ਹੋਣੇ। ਮਹਾਰਾਜ ਕਹਿੰਦੇ ਕਰ ਕਰ ਥਾਕੇ ਵੱਡੇ ਵਡੇਰੇ, ਵੱਡੇ ਵੱਡੇ ਲੋਕ ਕਰ ਕਰਕੇ ਵੇਖ ਗਏ, ਰਾਵਣ ਵਰਗੇ ਉਹਦੇ ਵੀ ਅਧੂਰੇ ਰਹਿ ਗਏ। ਮਰਨ ਲੱਗਿਆਂ ਉਹ ਬ੍ਰਾਹਮਣ ਸੋਨਾ ਮੂੰਹ ਚ ਪਾਉਂਦੇ ਹੁੰਦੇ ਆ, ਤੇ ਮਦੋਦਰੀ ਜਿਹੜੀ ਸੀ ਘਰ ਵਾਲੀ ਉਹਦੀ ਸ਼੍ਰੀ ਰਾਮਚੰਦਰ ਜੀ ਕੋਲ ਰੋਂਦੀ ਹੋਈ ਆਈ, ਕਹਿੰਦੀ ਮਹਾਰਾਜ ਅੰਤਮ ਕਿਰਿਆ ਕਰਨ ਵਾਸਤੇ ਸੋਨਾ ਤੇ ਦੇ ਦਿਓ ਥੋੜਾ ਜਿਹਾ। ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ ਭਈ ਮਦੋਦਰੀ ਮੇਰੇ ਤੋਂ ਤਾਂ ਨਾ ਨਹੀਂ ਸੀ, ਪਰ ਮੈਂ ਹੁਣ ਰਾਜ ਤਿਲਕ ਤਾਂ ਭੀਸ਼ਣ ਨੂੰ ਕਰਤਾ ਤੇ ਭੀਸ਼ਣ ਹੀ ਦੇ ਸਕਦਾ ਨਾ, ਮੈਂ ਤਾਂ ਹੁਣ ਰਾਜ ਤਿਲਕ ਉਹਨੂੰ ਦੇ ਚੁੱਕਾ ਲੰਕਾ ਦਾ, ਤੇ ਸ਼ਰੀਕ ਜਾਣ ਕੇ ਭੀਸ਼ਣ ਤੋਂ ਮੰਗਿਆ ਹੀ ਨਾ ਫਿਰ ਮਦੋਦਰੀ ਨੇ। ਇਵੇਂ ਹੀ ਜਿਹਦੀ ਸੋਨੇ ਦੀ ਲੰਕਾ ਸੀ ਸਾਧ ਸੰਗਤ ਜੀ, ਮਰਨ ਲੱਗਿਆਂ ਇੱਕ ਰੱਤੀ ਸੋਨਾ ਵੀ ਮੂੰਹ ਚ ਨਾ ਪਾ ਸਕੇ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਓਟ ਜਿਨੇ ਐਡਾ ਤਗੜਾ ਰਾਵਣ ਬਲੀ ਸੀਗਾ, ਕਹਿੰਦੇ ਖੜਗ ਤੇ ਹੱਥ ਧਰਦਾ ਸੀ, 10 ਦਿਸ਼ਾਂ ਦੇ ਦਿਗਪਾਲ ਕੰਬਦੇ ਸੀਗੇ, ਐਡਾ ਪ੍ਰਤਾਪੀ ਸੀਗਾ, ਪਰ ਕਾਰਜ ਉਹਦੇ ਵੀ ਪੂਰੇ ਨਾ ਹੋਏ। ਮਹਾਰਾਜ ਕਹਿੰਦੇ ਭਾਈ ਜਿਨੇ ਨਾਮ ਨੂੰ ਧਿਆਇਆ ਨਾ ਉਹਦੇ ਸਾਰੇ ਕਾਰਜ ਮੇਰੇ ਵਾਹਿਗੁਰੂ ਨੇ ਪੂਰੇ ਕਰ ਦਿੱਤੇ। ਹਰ ਗੁਰ ਪੂਰਾ ਆਰਾਧਿਆ, ਪੂਰੇ ਗੁਰੂ ਜੀ ਦੁਆਰਾ ਮਹਾਰਾਜ ਕਹਿੰਦੇ ਭਾਈ ਜਿਨੇ ਹਰੀ ਨੂੰ ਆਰਾਧਿਆ, ਹਰ ਗੁਰ ਪੂਰਾ ਆਰਾਧਿਆ। ਪੂਰੇ ਗੁਰੂ ਜੀ ਕੌਣ? ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ, ਪੂਰੇ ਗੁਰੂ ਜੀ ਦੁਆਰਾ ਜਿਨ੍ਹਾਂ ਨੇ ਹਰੀ ਨੂੰ ਪਰਮੇਸ਼ਰ ਨੂੰ ਆਰਾਧਿਆ ਏ। ਦਰਗਹਿ ਸੱਚ ਖਰੇ, ਉਹ ਦਰਗਾਹ ਦੇ ਅੰਦਰ ਸਾਧ ਸੰਗਤ ਜੀ ਸਚਿਆਰ ਹੁੰਦੇ ਆ, ਖਰੇ ਉਤਰਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੀ ਓਟ ਲੈ ਕਰਕੇ, ਗੁਰੂ ਜੀ ਦਾ ਦੀਕਸ਼ਾ ਮੰਤਰ ਲੈ ਕਰਕੇ ਪਰਮੇਸ਼ਰ ਨੂੰ ਆਰਾਧਿਆ, ਉਹ ਦਰਗਾਹ ਦੇ ਅੰਦਰ ਕਬੂਲ ਪੈਂਦੇ ਆ, ਸਚਿਆਰ ਉਤਰਦੇ ਆ, ਖਰੇ ਉਤਰਦੇ ਹਨ। ਸਰਬ ਸੁਖਾ ਨਿਧ ਚਰਨ ਹਾਰ, ਸਾਰੇ ਸੁੱਖਾਂ ਦਾ ਨਿਧ ਖਜ਼ਾਨਾ ਮਹਾਰਾਜ ਕਹਿੰਦੇ ਭਾਈ ਮੇਰੇ ਵਾਹਿਗੁਰੂ ਦੇ ਚਰਨ ਹੀ ਹਨ। ਜੇ ਸਾਰੇ ਸੁੱਖ ਚਾਹੀਦੇ ਆ ਨਾ ਤੇ ਸਰਬ ਸੁੱਖਾਂ ਨਿਧ ਚਰਨ ਹਰ, ਵਾਹਿਗੁਰੂ ਦੇ ਚਰਨ ਜਿਹੜੇ ਆ, ਚਿਤ ਚਰਨ ਨਾਮ, ਨਾਮ ਵਿੱਚ ਸੁਰਤ ਜਿਹੜੀ ਟਿਕਾਉਣੀ ਹੈ, ਸਾਰੇ ਸੁੱਖਾਂ ਦਾ ਨਿਧੀ ਹੈ, ਖਜ਼ਾਨਾ ਹੈ, ਖਾਣ ਹੈ ਸਾਰੇ ਸੁੱਖਾਂ ਦੀ। ਭਉ ਜਲ ਬੇਖਮ ਤਰੇ, ਇਹ ਭਵਜਲ ਸੰਸਾਰ ਸਮੁੰਦਰ ਜਿਹੜਾ ਬੜਾ ਬਿਖਮ ਹੈ, ਤਰਨਾ ਬੜਾ ਕਠਨ ਹੈ, ਜਿੱਥੇ ਵੱਡੇ ਵੱਡੇ ਰਿਖੀ ਮੁਨੀ ਡੁੱਬ ਗਏ ਆ। ਮਹਾਰਾਜ ਕਹਿੰਦੇ ਭਾਈ ਇਹਦੇ ਵਿੱਚੋਂ ਗੁਰਮੁਖ ਫਿਰ ਤਰ ਜਾਂਦੇ ਆ। ਪ੍ਰੇਮ ਭਗਤ ਤਿਨ ਪਾਈਆ, ਇਹ ਪ੍ਰੇਮਾ ਭਗਤੀ ਦਾ ਪ੍ਰਸਾਦ ਮਹਾਰਾਜ ਕਹਿੰਦੇ ਭਾਈ ਤਿੰਨ ਦਾ ਅਰਥ ਇੱਥੇ ਜਿਨ੍ਹਾਂ ਨੇ ਭਾਈ ਪਾਇਆ ਏ। ਵਿਖਿਆ ਨਾਹਿ ਜਰੇ, ਉਹ ਸਾਧ ਸੰਗਤ ਜੀ ਫਿਰ ਵਿਸ਼ਿਆਂ ਦੇ ਅੱਗ ਵਿੱਚ ਨਹੀਂ ਜਲਦੇ। ਜਿਨ੍ਹਾਂ ਨੇ ਮਹਾਰਾਜ ਦੀ ਪਰਮੇਸ਼ਰ ਭਗਤੀ ਦਾ ਪ੍ਰਸਾਦ ਪਾ ਲਿਆ ਨਾ, ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ, ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਵਿਸ਼ਿਆਂ ਦੀ ਅੱਗ ਨਹੀਂ ਜਾਲਦੀ, ਕਿਉਂਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿਹੋ ਜੀ ਅੰਦਰ ਪੇਟ ਵਿੱਚ ਅਗਨੀ ਸੀ ਨਾ, ਉੱਥੇ ਕਿਵੇਂ ਬਚਿਆ? ਮਹਾਰਾਜ ਕਹਿੰਦੇ ਨੇ ਕਿ ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਤਾ ਦੇ ਗਰਭ ਵਿੱਚ ਸਿਮਰਨ ਨੇ ਤੈਨੂੰ ਨਹੀਂ ਸੀ ਸੜਨ ਦਿੱਤਾ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਭਾਈ ਮੇਰੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੋ ਗਈ ਹੈ ਨਾ, ਉਹ ਫਿਰ ਇਸ ਸੰਸਾਰ ਦੀ ਕਲਯੁਗ ਦੀ ਅੱਗ ਵਿੱਚ ਵੀ ਨਹੀਂ ਸਾਧ ਸੰਗਤ ਜੀ ਸੜਦੇ। ਵਿਸ਼ਿਆਂ ਦੀ ਅੱਗ ਵਿੱਚ ਮਹਾਰਾਜ ਕਹਿੰਦੇ ਵਿਖਿਆ ਨਾਹੇ ਜਰੇ, ਨਹੀਂ ਭਾਈ ਉਹਨਾਂ ਨੂੰ ਵਿਸ਼ੇ ਜਾਲ ਦੇ ਅੱਗ ਨਹੀਂ ਸਾੜਦੀ, ਪ੍ਰਤੱਖ ਵੀ। ਕੂੜ ਗਏ ਦੁਬਿਧਾ ਨਸੀ, ਉਹਨਾਂ ਦੇ ਅੰਦਰੋਂ ਕੂੜ ਚਲਿਆ ਗਿਆ, ਝੂਠ ਨਾਸ਼ ਹੋ ਗਿਆ, ਝੂਠੇ ਪਦਾਰਥਾਂ ਦਾ ਮੋਹ ਨਾਸ਼ ਹੋ ਗਿਆ, ਦੁਬਿਧਾ ਨਾਸ਼ ਹੋ ਗਈ। ਦੁਬਿਧਾ ਉਹਨਾਂ ਚਿਰ ਰਹਿੰਦੀ ਹੈ ਜਿੰਨਾ ਚਿਰ ਅੱਗੇ ਦਿਸੇ ਨਾ। ਜਦੋਂ ਮਹਾਰਾਜ ਪ੍ਰਤੱਖ ਹੀ ਹੋ ਗਏ ਫਿਰ ਦੁਬਿਧਾ ਕਾਹਦੀ ਰਹਿਣੀ ਹੈ? ਮਹਾਰਾਜ ਕਿਹਾ ਇਨ ਦੁਬਿਧਾ ਘਰ ਬਹੁਤੇ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਇਹ ਦੁਬਿਧਾ ਨੇ ਬਹੁਤੇ ਸ਼ਰੀਰਾਂ ਰੂਪੀ ਘਰ ਗਾਲ ਸਿੱਟੇ ਐ, ਉਹਨਾਂ ਦੀ ਦੁਬਿਧਾ ਵੀ ਮੇਰੇ ਵਾਹਿਗੁਰੂ ਨੇ ਨਾਸ਼ ਕਰ ਦਿੱਤੀ। ਪੂਰਨ ਸੱਚ ਭਰੇ, ਪੂਰੇ ਲਵਾ ਲਵ ਸੱਚ ਸੱਚੇ ਨਾਮ ਨਾਲ, ਸੱਚੇ ਸਰੂਪ ਨਾਲ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਹਿਰਦਾ ਭਰ ਗਿਆ ਹੈ। ਅੰਦਰ ਬਾਹਰ ਮਹਾਰਾਜ ਕਹਿੰਦੇ ਭਾਈ ਸੱਚ ਸਰੂਪ ਨੂੰ ਉਹਨਾਂ ਨੇ ਵੇਖ ਲਿਆ ਹੈ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰ ਨਾਲ ਲਵਾ ਲਵ ਸੱਚੇ ਦੇ ਨਾਮ ਨਾਲ ਭਰ ਗਏ ਆ। ਪਾਰ ਬ੍ਰਹਮ ਪ੍ਰਭ ਸੇਵਦੇ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਜੋ ਪ੍ਰਭੂ ਸੁਧ ਭੂਮਾ ਰੂਪੀ ਬ੍ਰਹਮ, ਉਸ ਨੂੰ ਸੇਵਦਿਆਂ ਨਾਮ ਜਪਦਿਆਂ ਹੋਇਆ ਮਨ ਅੰਦਰ ਏਕ ਉਤਰੇ, ਮਨ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਇੱਕ ਵਾਹਿਗੁਰੂ ਨੂੰ ਧਾਰਨ ਕੀਤਾ, ਹੋਰ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ। ਸੰਕਲਪ ਮਾਤਰ ਵੀ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਇੱਕ ਵਾਹਿਗੁਰੂ ਨੂੰ ਹੀ ਮਨ ਦੇ ਅੰਦਰ ਧਾਰਨ ਕੀਤਾ ਏ। ਵਾਹ ਦਿਵਸ ਮੂਰਤ ਭਲੇ, ਹਜੂਰ ਸਮਾਪਤੀ ਕਰਦੇ ਸਤਿਗੁਰੂ ਜੀ ਸਮਾਜ ਰਾਗ ਦੀ 12ਵਾਂ ਪਵਿੱਤਰ ਬਾਣੀ ਦੀ। ਹਜੂਰ ਜਿਵੇਂ ਸਾਧ ਸੰਗਤ ਜੀ ਉਹ ਮੌਰਲ ਲਿਖ ਦਈਦਾ ਨਾ ਅਖੀਰ ਦੇ ਅੰਦਰ, ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਦੇ ਅੰਦਰ ਨਿਚੋੜ ਕੱਢ ਕੇ ਦੋਵਾਂ ਪੰਕਤੀਆਂ ਵਿੱਚ ਹਜੂਰ ਰੱਖਦੇ ਆ। ਮਹਾਰਾਜ ਕਹਿੰਦੇ ਮਾਹ ਦਿਵਸ ਮੂਰਤ ਭਲੇ, ਮਾਹ ਜਿਹੜਾ ਮਹੀਨਾ ਹੈ, ਦਿਵਸ ਮਹਾਰਾਜ ਕਹਿੰਦੇ ਦਿਨ ਵੈ, ਮੂਰਤ ਸਾਧ ਸੰਗਤ ਜੀ ਇਸ ਪ੍ਰਕਾਰ ਮਹੂਰਤ ਅੱਧੀ ਘੜੀ ਨੂੰ ਕਹਿੰਦੇ ਆ ਜੇ ਹਾਹੇ ਨਾਲ ਹੋਵੇ, ਤੇ ਮੂਰਤ ਸ਼ਬਦ ਵੈ ਇਹਦਾ ਅਰਥ ਹੁੰਦਾ 2 ਘੜੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਵਾਚਕ ਦਿੰਦੇ ਆ ਕਿ ਭਾਈ ਜਿੰਨੇ ਵੀ ਕੋਈ ਨਿਮਖ ਵੈ ਪਲ ਵੈ ਤੇ ਘੜੀ ਹੈ, ਅੱਧੀ ਘੜੀ ਹੈ, ਤੋ ਦਿਨ ਵੈ ਮਹੀਨਾ ਸਾਲ ਨੇ, ਮਹਾਰਾਜ ਕਹਿੰਦੇ ਸਾਰੇ ਭਾਈ ਉਹਦੇ ਭਲੇ ਹਨ, ਚੰਗੇ ਹਨ। ਜਿਸ ਕਉ ਨਦਰ ਕਰੇ, ਜਿਹਦੇ ਉੱਤੇ ਮੇਰੇ ਵਾਹਿਗੁਰੂ ਨੇ ਆਪਣੇ ਮਿਹਰ ਦੀ ਨਜ਼ਰ ਨਿਗਾਹ ਕਰ ਦਿੱਤੀ ਹੈ, ਉਹਦੇ ਵਾਸਤੇ ਕੋਈ ਸਮਾਂ ਨਹੀਂ ਮਾੜਾ। ਮਹਾਰਾਜ ਜੀ ਨੇ ਕਿਹਾ ਨਾ ਕਿ ਸ਼ਗਨ ਅਪਸ਼ਗਨ ਤਿਸ ਕਉ ਲੱਗੈ, ਜਿਸ ਚੀਤ ਨਾ ਆਵੈ, ਉਹਦੇ ਲਈ ਸਾਰੇ ਸਮੇਂ ਮਾੜੇ। ਸਾਧ ਸੰਗਤ ਜੀ ਉਹਨੂੰ ਸ਼ਗਨ ਵੀ ਅਪਸ਼ਗਨ ਹੋ ਕੇ ਲੱਗਦੇ ਆ ਜਿਹਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਕੋਈ ਭਲਾ ਕੰਮ ਵੀ ਕਰਨ ਲੱਗੇ ਉਹਦੇ 'ਚ ਵੀ ਵਿਘਨ ਪੈਂਦੇ ਆ, ਉਹਨਾਂ ਦੇ ਅੰਦਰੋਂ ਬਿਰਤੀ ਟੁੱਟ ਜਾਂਦੀ ਹੈ, ਬੁਰਾ ਹਾਲ ਉਹਨਾਂ ਦਾ ਹੁੰਦਾ। ਹਰ ਕੰਮ ਵਿੱਚ ਉਹਨਾਂ ਨੂੰ ਅਪਸ਼ਗਨ ਹੀ ਲੱਗਦਾ, ਵਿਘਨ ਹੀ ਪੈਂਦੇ ਆ। ਕੁੰਡਲਨੀ ਵੇਖ ਲਓ, ਮੰਗਲੀਕ ਹੈ ਕੀ ਹੈ, ਇਸ ਤਰ੍ਹਾਂ ਪੰਡਤਾਂ ਦੇ ਪਿੱਛੇ ਦੌੜੇ ਫਿਰਦੇ ਆ। ਪੂਰੇ ਸਤਿਗੁਰੂ ਜੀ ਦਾ ਆਸਰਾ ਛੱਡ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਇਹ ਹਾਲਤ ਹੁੰਦੀ ਹੈ ਭਾਈ ਜਿਨ੍ਹਾਂ ਨੇ ਵਾਹਿਗੁਰੂ ਨੂੰ ਚੇਤੇ ਕੀਤਾ, ਸਾਰੇ ਮਾਹ ਮਹੀਨੇ, ਸਾਰੇ ਹੀ ਮਹਾਰਾਜ ਕਹਿੰਦੇ ਭਾਈ ਦਿਨ, ਤੇ ਸਾਰੀਆਂ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਦੀਆਂ ਘੜੀਆਂ ਉਹ ਭਲੀਆਂ ਹਨ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਨੇ ਆਪਣੇ ਮਿਹਰ ਦੀ ਨਿਗਾਹ ਕਰ ਦਿੱਤੀ ਆ। ਨਾਨਕ ਮੰਗੈ ਦਰਸ ਦਾ, ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਗੁਰਸਿੱਖੋ ਅਸੀਂ ਤਾਂ ਵਾਹਿਗੁਰੂ ਦੇ ਕੋਲੋਂ ਉਹਦੇ ਦਰਸ਼ਨਾਂ ਦਾ ਦਾਨ ਮੰਗਦੇ ਆ, ਕਿਉਂਕਿ ਇਹ ਮੁੱਲ ਵਿੱਚ ਨਹੀਂ ਪ੍ਰਾਪਤ ਹੁੰਦੇ। ਮਹਾਰਾਜ ਜੇ ਕਿਰਪਾ ਕਰਕੇ ਦਾਨ ਹੀ ਦੇ ਦੇਣ ਨਾ ਤਰਸ ਕਰਕੇ, ਫਿਰ ਹੀ ਨਿਰੰਕਾਰ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਗੁਰੂ ਨਾਨਕ ਸਾਹਿਬ ਕਿਹਾ ਕਿ ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮਹਾਰਾਜ ਸਾਨੂੰ ਤਾਂ ਆਪਦੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ, ਹੋਰ ਕੋਈ ਮਹਾਰਾਜ ਸਾਡੀ ਚਾਹਨਾ ਨਹੀਂ। ਨਾਨਕ ਮੰਗੈ ਦਰਸ ਦਾਨ, ਮਹਾਰਾਜ ਸਾਨੂੰ ਦਾਨ ਪਾ ਦਿਓ, ਖੈਰ ਪਾ ਦਿਓ ਮਹਾਰਾਜ ਝੋਲੀ ਵਿੱਚ। ਆਪਦੇ ਦਰਸ਼ਨਾਂ ਦਾ ਮਹਾਰਾਜ ਦਾਨ ਮੰਗਦੇ ਹਾਂ। ਕਿਰਪਾ ਕਰਹੁ ਹਰੇ, ਇਹ ਸਾਰਿਆਂ ਨੂੰ ਹਰਿਆਂ ਭਰਿਆਂ ਕਰ ਦੇਣ ਵਾਲੇ ਵਾਹਿਗੁਰੂ ਸਾਨੂੰ ਮਹਾਰਾਜ ਆਪਦੇ ਗਰੀਬ ਸਿੱਖ ਜਾਣ ਕੇ ਸਾਡੇ ਤੇ ਕਿਰਪਾ ਕਰੋ। ਮਹਾਰਾਜ ਸਾਡੇ ਤੇ ਰਹਿਮਤ ਕਰੋ। ਢਲ ਕੇ ਮਹਾਰਾਜ ਦਇਆ ਦੇ ਘਰ ਵਿੱਚ ਆ ਕਰਕੇ ਸਾਨੂੰ ਆਪਦਾ ਦਰਸ਼ਨ ਵਿਖਾਲ ਦਿਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਹਜੂਰ ਨੇ ਜਾਚ ਦੱਸੀ ਹੈ। ਸਤਿਗੁਰਾਂ ਦੀ ਰਹਿਮਤ ਕਿਰਪਾ ਹੋਈ ਜੋ ਇਹ ਮਾਝ ਰਾਗ ਦੀ 12ਵਾਂ ਪਵਿੱਤਰ ਬਾਣੀ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਪੂਰਨ ਕਰਾਈ ਹੈ। ਅੱਗੇ ਸਾਧ ਸੰਗਤ ਜੀ ਦਿਨ ਰਹਿਣ ਬਾਣੀ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨਗੇ, ਫਿਰ ਵਾਰ ਆਰੰਭ ਹੋਵੇਗੀ। ਜਿਵੇਂ ਸਤਿਗੁਰੂ ਜੀ ਨੂੰ ਪਾਇਆ ਸਰਵਣ ਕਰਾਂਗੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ। ਕਿਰਪਾ ਕਰਹੁ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।